ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਨ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਉਹ ਮਨ ਬਿਰਤੀਆਂ ਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵੱਡੇ ਭਾਗ ਹਨ ਜੋ ਸਾਨੂੰ ਸਮਾਂ ਪ੍ਰਾਪਤ ਹੁੰਦਾ ਹੈ, ਜੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ ਔਰ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸੇਧ ਲੈਂਦੇ ਹਾਂ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਪਾਤਸ਼ਾਹ ਸਮਝਾਉਣ ਲੱਗੇ ਇਸ ਮਨ ਨੂੰ, ਕਹਿੰਦੇ ਮਨਾ, ਜਿਹੜਾ ਅਮੋਲਕ ਸਮਾਂ ਤੈਨੂੰ ਮਿਲਿਆ ਹੈ, ਅਮੋਲਕ ਜੀਵਨ ਤੈਨੂੰ ਮਿਲਿਆ ਹੈ, ਇਹ ਜੀਵਨ ਦੇ ਵਿੱਚ ਤੂੰ ਕਰਨਾ ਕੀ ਹੈ? ਇਸ ਸਮੇਂ ਦੇ ਵਿੱਚ ਤੂੰ ਕਰਨਾ ਕੀ ਹੈ? ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਜੋ ਪ੍ਰਾਣੀ ਮਮਤਾ ਤਜੇ, ਲੋਭ ਮੋਹ ਹੰਕਾਰ। ਹੁਣ ਵਿਚਾਰ ਕਰਨਾ, ਜੋ ਪ੍ਰਾਣੀ, ਪ੍ਰਾਣੀ ਦਾ ਭਾਵ ਹੈ ਜਿੰਨਾ ਚਿਰ ਤੈਨੂੰ ਪ੍ਰਾਣ ਆਉਂਦੇ, ਸਵਾਸ ਆਉਂਦੇ, ਕਿਉਂਕਿ ਜਿਹੜਾ ਜੀਵਨ ਹੈ ਬਹੁਤ ਅਮੋਲਕ ਹੈ। ਗੁਰਬਾਣੀ 'ਚ ਧਿਆਨ ਨਾਲ ਪੜ੍ਹੋ, ਬੂਝੋ ਹਰਜਨ ਸਤਿਗੁਰ ਬਾਣੀ, ਇਹ ਜੋਬਨ ਸਾਸ ਹੈ ਦੇਹ ਪੁਰਾਣੀ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਬੂਝੋ ਹਰਜਨ ਸਤਿਗੁਰ ਬਾਣੀ। ਬੂਝੋ ਦਾ ਭਾਵ ਸਮਝੋ, ਬੂਝੋ ਹਰਜਨ, ਹਰਜਨ ਦਾ ਭਾਵ ਹਰੀ ਦੇ ਪਿਆਰਿਓ। ਸਤਿਗੁਰ ਬਾਣੀ, ਸੱਚੇ ਗੁਰੂ ਦੀ ਬਾਣੀ ਨੂੰ, ਪ੍ਰਕਾਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਪ੍ਰਕਾਸ਼ ਆਪ ਜੀ ਨੂੰ ਇੱਕ ਚਾਨਣ ਦਿੰਦਾ ਹੈ, ਰੋਸ਼ਨੀ ਦਿੰਦਾ ਹੈ। ਉਸ ਰੋਸ਼ਨੀ ਦੇ ਵਿੱਚੋਂ ਇਸ ਮਨ ਨੂੰ ਸੋਝੀ ਆਉਂਦੀ ਹੈ, ਐਸੀ ਸੋਝੀ ਆਉਂਦੀ ਹੈ, ਇਹ ਜੋਬਨ ਸਾਸ ਹੈ ਦੇਹ ਪੁਰਾਣੀ। ਕਹਿੰਦੇ ਜਿਹੜੇ ਸਵਾਸ ਤੋਂ ਇਸ ਸਰੀਰ 'ਚ ਲੈ ਰਹੇ ਆ, ਇਹਨਾਂ ਦਾ ਮੁੱਲ ਕਿੰਨਾ, ਕਿੰਨੀ ਉੱਚੀ ਦਾਤ ਹੈ ਜਿਹੜੇ ਤੂੰ ਇਹ ਸਵਾਸ ਲੈ ਰਿਹਾ ਨੇ, ਕਿੰਨੇ ਅਮੋਲਕ ਨੇ। ਇਹ ਜੋਬਨ ਸਾਸ ਹੈ। ਕਹਿੰਦੇ ਸਵਾਸ ਹੀ ਜਵਾਨੀ ਹੈ। ਦੇਖੋ, ਇੱਕ ਸਰੀਰ ਤੇ ਜਵਾਨੀ ਆਉਂਦੀ ਹੈ, ਇੱਕ ਸਵਾਸ ਸਾਡੀ ਜਵਾਨੀ ਹੈ। ਜਵਾਨੀ ਕਿਹਨੂੰ ਕਹਿੰਦੇ? ਜਵਾਨੀ ਦਾ ਮਤਲਬ ਕੀ ਹੈ? ਜੋਬਨ ਦਾ ਮਤਲਬ ਕੀ ਹੈ? ਜਦੋਂ ਸਾਡੀ ਧੀ ਜਾਂ ਪੁੱਤਰ ਜਵਾਨ ਹੁੰਦਾ ਹੈ, ਸਾਡੇ ਮਨ ਵਿੱਚ ਵਿਚਾਰ ਪੈਦਾ ਹੁੰਦੀ ਹੈ ਕਿ ਧੀ ਜਵਾਨ ਹੋ ਗਈ ਹੈ, ਕਿਸੇ ਦੇ ਪਸੰਦ ਆ ਸਕਦੀ ਹੈ, ਕਿਸੇ ਨਾਲ ਨਾਤਾ ਜੋੜ ਸਕਦੀ ਹੈ, ਵੱਡੀ ਹੋ ਗਈ ਹੈ, ਵਿਆਹ ਕਰਦੀ ਹੈ। ਮੁੰਡਾ ਵੱਡਾ ਹੋ ਗਿਆ ਹੈ, ਕਿਸੇ ਤੇ ਪਸੰਦ ਆ ਸਕਦਾ ਹੈ, ਨਾਤਾ ਜੋੜ ਸਕਦਾ ਕਿਸੇ ਦੇ ਨਾਲ, ਠੀਕ ਹੈ, ਤੇ ਵਿਆਹ ਕਰ ਦਈਏ। ਉਸ ਸਮੇਂ ਨੂੰ ਜਵਾਨੀ ਕਹਿੰਦੇ ਆਪਾਂ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਮਨਾ ਪੁਰਾਣ ਵਿਚਾਰ ਕਰਕੇ ਦੇਖ, ਇਹ ਜੋਬਨ ਸਾਸ ਹੈ। ਕਹਿੰਦੇ ਸਾਹ ਤੂੰ ਬੜੇ ਲਏ, ਹਰ ਸਰੀਰ ਅੰਦਰ ਸਾਹ ਲੈਂਦਾ ਰਿਹਾ। ਕੀੜਾ ਸਾਹ ਲੈਂਦਾ ਹੈ, ਮਕੌੜਾ ਸਾਹ ਲੈਂਦਾ ਹੈ, ਕੁੱਤਾ ਸਾਹ ਲੈਂਦਾ ਹੈ, 84 ਲੱਖ ਜੂਨ ਸਾਹ ਲੈਂਦੀ ਹੈ। ਪਰ ਧਿਆਨ ਦੇਣਾ, ਕਹਿੰਦੇ ਇਹ ਜੋਬਨ ਸਾਸ ਹੈ। ਕਹਿੰਦੇ ਜਿਹੜੇ ਮਨੁੱਖ ਦੇ ਸਰੀਰ ਅੰਦਰ ਮਨਾ ਤੂੰ ਸਾਹ ਲੈ ਰਿਹਾ ਨਾ, ਇਹ ਜਵਾਨੀ ਹੈ। ਕਹਿੰਦਾ ਭਾਵ ਇਹਨਾਂ ਸਵਾਸਾਂ ਦੇ ਵਿੱਚ ਤੂੰ ਮਨਾ ਪਰਮਾਤਮਾ ਦੇ ਪਸੰਦ ਆ ਸਕਦਾ ਹੈ। ਇਹਨਾਂ ਸਵਾਸਾਂ ਦੇ ਵਿੱਚ ਤੂੰ ਪਰਮਾਤਮਾ ਨਾਲ ਸੰਬੰਧ ਜੋੜ ਸਕਦਾ ਹੈ, ਵਿਆਹ ਕਰਾ ਸਕਦਾ ਹੈ, ਨਾਤਾ ਜੋੜ ਸਕਦਾ ਹੈ। ਔਰ ਵਿਆਹ ਕਰਵਾ ਕੇ ਜਿਹੜੀ ਕੁੜੀ ਹੈ ਦੂਜੇ ਘਰ ਚਲੀ ਜਾਂਦੀ ਹੈ। ਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਮਨਾ, ਇਹਨਾਂ ਸਵਾਸਾਂ ਦੇ ਅੰਦਰ ਤੋਂ ਪਰਮਾਤਮਾ ਨਾਲ ਨਾਤਾ ਜੋੜ ਕੇ ਸੰਸਾਰ ਨੂੰ ਛੱਡ ਕੇ ਤੇ ਪਰਮਾਤਮਾ ਦੇ ਘਰ ਜਾ ਸਕਦਾ ਹੈ। ਦੇਖੋ ਕਿੱਡੀ ਵੱਡੀ ਦਾਤ ਹੈ, ਜੋਬਨ ਸਾਸ ਹੈ। ਕਹਿੰਦੇ ਜਿਹੜੇ ਸਵਾਸ ਨੇ ਜੋਬਨ ਹੈ, ਜਵਾਨੀ ਹੈ, ਦੇਹ ਪੁਰਾਣੀ। ਕਹਿੰਦੇ ਜਿਹੜਾ ਸਰੀਰ ਹੈ ਨਾ, ਇਹ ਪੁਰਾਣਿਆਂ ਸਰੀਰਾਂ ਵਰਗਾ ਹੀ ਹੈ। ਸਰੀਰ ਪੁਰਾਣਿਆਂ ਸਰੀਰਾਂ ਵਰਗਾ ਹੀ ਹੈ, ਇਹਦਾ ਫੰਕਸ਼ਨ ਵੀ ਉੱਦਾਂ ਦਾ ਹੀ ਹੈ। ਪਰ ਧਿਆਨ ਨਹੀਂ, ਇਹ ਸਰੀਰ ਪੁਰਾਣਾ ਹੀ ਹੈ, ਇਹਦੇ ਮਗਰ ਨਾ ਭੱਜਾ ਫਿਰ। ਪੁਰਾਣਾ ਅੱਖਰ ਕਿਉਂ ਕਿਹਾ? ਵੀ ਕਿਸੇ ਚੀਜ਼ ਦੇ ਮਗਰ ਨਾ ਭੱਜਾ ਫਿਰ। ਕਿਸੇ ਲਈ ਆਪਾਂ ਕਹਿ ਦਿੰਦੇ ਫਲਾਣੀ ਚੀਜ਼ ਲੈਣੀ ਹੈ, ਕਹਿੰਦਾ ਪੁਰਾਣੀ ਲੈਣ ਦਾ ਕੀ ਫਾਇਦਾ, ਠੀਕ ਹੈ, ਕੋਈ ਨਵੀਂ ਚੀਜ਼ ਲਵਾਂਗੇ। ਗੁਰੂ ਸਾਹਿਬਾਨ ਕਹਿਣ ਲੱਗੇ ਸਰੀਰ ਪੁਰਾਣਾ ਹੈ, ਇਹਦੇ ਮਗਰ ਭੱਜਾ ਫਿਰਦਾ, ਇਹਨੂੰ ਸੰਭਾਲਦਾ ਫਿਰਦਾ, ਇਹਨੂੰ ਸਵਾਰਦਾ ਫਿਰਦਾ, ਇਹ ਤੇ ਪੁਰਾਣਾ ਹੈ। ਇਹ ਤੇ ਪਹਿਲਾਂ ਵੀ ਤਾਂ ਬੜੇ ਭੋਗੇ ਹੋ ਜਾਏ। ਪਰ ਇਸ ਸਰੀਰ ਅੰਦਰ ਪਹੁੰਚਿਆ, ਤੈਨੂੰ ਬੜੀ ਸੁੰਦਰ ਦਾਤ ਮਿਲੀ ਹੈ, ਤੈਨੂੰ ਜੋਬਨ ਮਿਲਿਆ, ਤੈਨੂੰ ਜਵਾਨੀ ਮਿਲੀ ਹੈ, ਤੈਨੂੰ ਸਮਾਂ ਮਿਲਿਆ ਪਰਮਾਤਮਾ ਤੱਕ ਪਹੁੰਚਣ ਲਈ, ਪਰਮਾਤਮਾ 'ਚ ਲੀਨ ਹੋਣ ਲਈ ਸਮਾਂ ਮਿਲਿਆ ਹੈ। ਹੁਣ ਇੱਥੇ ਬੈਠਾ ਕੀ ਕਰ ਮਨਾ? ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਜੋ ਪੁਰਾਣੀ ਮਮਤਾ ਤਜੇ। ਕਹਿੰਦੇ ਜਿਹੜਾ ਮਨ ਜਿਹੜਾ ਹੈ ਇਸ ਸਰੀਰ 'ਚ ਜਿੰਨਾ ਚਿਰ ਸਵਾਸ ਲੈਂਦਾ ਹੈ,
ਜਿੰਨਾ ਚਿਰ ਸਵਾਸ ਆਉਂਦੇ ਨੇ ਇਹਨਾਂ ਸਵਾਸਾਂ 'ਚ ਰਹਿੰਦਿਆਂ ਮਮਤਾ ਤਜੇ। ਮਮਤਾ ਦਾ ਕੀ ਮਤਲਬ ਹੈ? ਮਾਂ ਮਤਾ, ਮੇਰੇ ਮਨ ਨੇ ਕੋਈ ਮਤਾ ਤਿਆਰ ਕੀਤਾ ਹੋਇਆ, ਮੇਰਾ ਮਨ ਆਪਣੀ ਹੀ ਗੱਲ ਬਣਾ ਕੇ ਬੈਠਾ ਹੈ, ਉਹ ਮਮਤਾ ਹੈ। ਜਿਹੜੀ ਮਨ ਨੂੰ ਚੀਜ਼ ਚੰਗੀ ਲੱਗਦੀ ਹੈ ਮਨ ਉਹਦੇ ਮਗਰੀ ਭਜਦਾ ਹੈ। ਪੂਰਾ ਸੰਸਾਰ ਮੇਰੀ ਕਰੀ ਜਾਂਦਾ ਹੈ। ਮਨ ਦੇ ਵਿੱਚ ਕੀ ਆਉਂਦਾ ਹੈ? ਮੇਰਾ ਹੈ, ਇਹ ਮੇਰਾ ਹੈ। ਤੇ ਵਿਚਾਰ ਕਰਕੇ ਦੇਖਣਾ ਜਰਾ ਆਪ ਜੀ। ਇੱਕ ਜਗ੍ਹਾ ਤੇ ਕਬੀਰ ਸਾਹਿਬ ਬਣ ਕਹਿੰਦੇ 1160 ਅੰਗ ਦੇ ਉੱਤੇ ਕਹਿੰਦੇ ਜਬ ਲਗ ਮੇਰੀ ਕਰੇ ਤਬ ਲਗ ਏਕ ਕਾਜ ਨਹੀਂ ਸਰੇ। ਧਿਆਨ ਦੇਣਾ, ਜਬ ਲਗ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਰੇ। ਕਹਿੰਦੇ ਜਿੰਨਾ ਚਿਰ ਇਹ ਮਨ ਮੇਰੀ ਕਰਦਾ ਹੈ, ਇਹਦੇ ਵਿੱਚ ਰਹਿੰਦਾ ਕਿ ਆਹ ਚੀਜ਼ ਮੇਰੀ ਹੈ, ਆਹ ਚੀਜ਼ ਮੇਰੀ ਹੈ, ਆਹ ਚੀਜ਼ ਮੇਰੀ ਹੈ। ਧਿਆਨ ਦਿਓ, ਜਦੋਂ ਮਨ ਸਰੀਰ ਨਾਲ ਜੁੜਦਾ ਹੈ, ਪਦਾਰਥਾਂ ਨਾਲ ਜੁੜਦਾ ਹੈ, ਮਨ ਵਿੱਚ ਵਿਚਾਰ ਪੈਦਾ ਹੁੰਦਾ ਮੇਰਾ ਆ। ਮੇਰਾ ਦਾ ਭਾਵ ਕੀ ਹੈ? ਵੀ ਐਸੀ ਚੀਜ਼ ਦਾ ਨਾਤਾ ਜੋੜ ਬੈਠਾ ਜਿਹੜੀ ਇਹਦੀ ਆਪਣੀ ਨਹੀਂ ਹੈ। ਉਹ ਅਗਿਆਨਤਾ ਹੈ, ਉਹ ਹਨੇਰਾ ਇਹਦੇ ਅੰਦਰ। ਉਸ ਹਨੇਰੇ ਅੰਦਰ ਕਿਸੇ ਨੂੰ ਮੇਰਾ ਕਹਿ ਬੈਠਾ, ਕਿਸੇ ਨੂੰ ਮੇਰਾ ਕਹਿ ਬੈਠਾ ਹੈ। ਤੇ ਗੁਰੂ ਸਾਹਿਬਾਨ ਸਮਝਾਉਂਦੇ ਕਹਿੰਦਾ ਜਿੰਨਾ ਚਿਰ ਇਹ ਮਨ ਮੇਰੀ ਕਰੂਗਾ, ਜਬ ਲਗ ਮੇਰੀ ਕਰੇ ਤਬ ਲਗ, ਉਹਨਾਂ ਚਿਰ ਕਾਜ ਇੱਕ ਨਹੀਂ ਸਰੇ। ਹੁਣ ਦੇਖੋ ਤੇ ਕਾਜ ਲਿਖਿਆ, ਕਹਿੰਦੇ ਉਹਨਾਂ ਚਿਰ ਤੇਰਾ ਇੱਕ ਵੀ ਕਾਜ ਨਹੀਂ ਸਰਨਾ। ਕਹਿੰਦਾ ਭਾਵ ਇੱਕ ਪਲ ਵੀ ਤੇਰੀ ਬਿਰਤੀ ਸ਼ਬਦ ਨਾਲ ਨਹੀਂ ਜੁੜਨੀ, ਜਿੰਨਾ ਚਿਰ ਤੂੰ ਮੇਰੀ ਕਰਦਾ। ਫਿਰ ਅੱਗੇ ਗੁਰੂ ਸਾਹਿਬਾਨ ਕਹਿਣ ਲੱਗੇ, ਭਗਤ ਕਬੀਰ ਸਾਹਿਬਾਨ ਕਹਿਣ ਲੱਗੇ ਜਬ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਕਹਿੰਦੇ ਜਬ ਮੇਰੀ ਮਿਟ ਜਾਏ, ਕਹਿੰਦੇ ਜਦੋਂ ਇਹ ਮਨ ਮੇਰੀ ਕਰਨੀ ਛੱਡ ਦਿੰਦਾ ਤੇ ਛੱਡਦਾ ਕਦੋਂ ਆ? ਮੇਰੀ ਕਰਨੀ ਛੱਡਦਾ ਕਦੋਂ ਆ? ਜਦੋਂ ਮਨ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ। ਜਿੰਨਾ ਚਿਰ ਮਨ ਗੁਰੂ ਦੇ ਚਰਨਾਂ ਨਾਲ ਜੁੜਦਾ ਨਹੀਂ ਹੈ, ਦੇਖੋ ਕਹਿਣ ਨੂੰ ਤੇ ਆਪਾਂ ਕਹਿ ਰਹੇ ਹਾਂ ਕਿ ਆਪਾਂ ਗੁਰੂ ਦੇ ਲੜ ਲੱਗੇ ਹਾਂ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਪਰ ਗੁਰੂ ਪਿਆਰੋ ਆਨੰਦ ਉਦੋਂ ਆਉਣਾ ਜਿੱਦਣ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਜਿੱਦਣ ਇਸ ਮਨ ਨੂੰ ਕਿਸੇ ਗੱਲ ਦੀ ਸੋਝੀ ਆ ਗਈ, ਗੁਰਬਾਣੀ ਪੜ੍ਹਦਿਆਂ ਪਤਾ ਲੱਗ ਗਿਆ ਵੀ ਇਸ ਸੰਸਾਰ ਦੇ ਉੱਤੇ ਮੇਰਾ ਕੁਝ ਨਹੀਂ ਹੈ, ਕੁਝ ਵੀ ਮੇਰਾ ਨਹੀਂ। ਅਜੇ ਨਹੀਂ ਲੱਗੀ ਸਮਝ, ਅਜੇ ਤੇ ਆਪਾਂ ਸਵੇਰੇ ਗੁਰਬਾਣੀ ਪੜ੍ਹਦੇ ਹਾਂ ਤੇ ਸੰਸਾਰ ਦੇ ਨਾਲ ਜੁੜ ਕੇ ਪੜ੍ਹਦੇ ਹਾਂ। ਅਜੇ ਅਸੀਂ ਗੁਰੂ ਘਰ ਜਾਂਦੇ ਹਾਂ ਤੇ ਸੰਸਾਰ ਨਾਲ ਜੁੜ ਕੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਹਾਂ। ਸਾਨੂੰ ਨਹੀਂ ਪਤਾ ਕਿ ਸਾਡਾ ਇਸ ਸੰਸਾਰ ਦੇ ਉੱਤੇ ਕੁਝ ਵੀ ਨਹੀਂ ਹੈ। ਇੱਥੋਂ ਤੱਕ ਤੁਸੀਂ ਕਦੀ ਵਿਚਾਰ ਕਰਕੇ ਦੇਖਿਆ ਕਰੋ, ਗੁਰੂ ਸਾਹਿਬਾਨ ਨੇ ਇਸ ਮਨ ਨੂੰ ਸੁੱਤਾ ਪਿਆ ਕਹਿੰਦੇ। ਜਿੰਨਾ ਚਿਰ ਮਨ ਸਰੀਰ ਨੂੰ ਕਹਿੰਦਾ ਮੇਰਾ ਹੈ, ਤੇ ਗੁਰੂ ਸਾਹਿਬ ਕਹਿੰਦੇ ਮਨ ਤੋਂ ਸੁੱਤਾ ਹੈ। ਕਹਿੰਦਾ ਜਾਗ ਲੈ ਰੇ ਮਨਾ ਜਾਗ ਲੈ ਕਹਾਂ ਗਾਫਲ ਸੋਇਆ। ਕਹਿੰਦੇ ਮਨਾ ਜਾਗ, ਕਿੱਥੇ ਪਾਗਲ ਹੋਇਆ ਸੁੱਤਾ ਪਿਆ ਤੂੰ। ਹੁਣ ਮਨ ਬੜਾ ਹੈਰਾਨ ਹੁੰਦਾ ਵੀ ਮੈਂ ਤਾਂ ਜਾਗਦਾ ਪਿਆ, ਤਾਂ ਹੀ ਤਾਂ ਤੁਹਾਡੇ ਚਰਨਾਂ 'ਚ ਬੈਠਾ, ਤਾਂ ਹੀ ਤਾਂ ਤੁਹਾਡੀ ਗੁਰਬਾਣੀ ਪੜ੍ਹਦਾ, ਤਾਂ ਹੀ ਤਾਂ ਤੁਹਾਡੇ ਸ਼ਬਦ ਦੀ ਵਿਚਾਰ ਕਰਦਾ, ਤਾਂ ਹੀ ਮੈਂ ਤੁਹਾਡੇ ਕੋਲ ਬੈਠਾ, ਮੈਂ ਜਾਗਦਾ ਪਿਆ। ਤੇ ਗੁਰੂ ਸਾਹਿਬਾਨ ਬੜੇ ਪਿਆਰ ਨਾਲ ਸਮਝਾਉਣ ਲੱਗੇ, ਕਹਿੰਦੇ ਜਾਗ ਲੈ ਰੇ ਮਨਾ ਜਾਗ ਲੈ ਕਹਾਂ ਗਾਫਲ ਸੋਇਆ। ਕਹਿੰਦੇ ਕਿੱਥੇ ਪਾਗਲ ਸੁੱਤਾ ਪਿਆ ਤੂੰ, ਜਾਗ। ਮਨ ਬੜਾ ਹੈਰਾਨ ਹੁੰਦਾ ਹੈ ਵੀ ਮੈਂ ਜਾਗਿਆ ਨਹੀਂ। ਅੱਗੇ ਦੱਸਦੇ ਵੀ ਤੂੰ ਕਿਉਂ ਸੁੱਤਾ? ਕਹਿੰਦੇ ਜੋ ਤੈਨੂੰ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿੰਦਾ ਜਿੰਨਾ ਚਿਰ ਤੈਨੂੰ ਆਹ ਸੋਝੀ ਨਹੀਂ ਆਉਂਦੀ ਕਿ ਜਿਹੜਾ ਸਰੀਰ ਮੇਰੇ ਨਾਲ ਪੈਦਾ ਹੋਇਆ ਇਹਨੇ ਵੀ ਮੇਰੇ ਨਾਲ ਨਹੀਂ ਜਾਣਾ, ਇਹਦੇ ਨਾਲ ਤੇਰਾ ਨਾਤਾ ਨਹੀਂ ਟੁੱਟਦਾ। ਜਿੰਨਾ ਚਿਰ ਤੈਨੂੰ ਇਹਦੀ ਸਮਝ ਨਹੀਂ ਆਉਂਦੀ ਵੀ ਮੇਰੇ ਨਾਲ ਇਹਦਾ ਨਾਤਾ ਨਹੀਂ ਹੈ, ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਮੈਂ ਕਿਸੇ ਹੋਰ ਘਰ ਵਿੱਚ ਜਾਣਾ ਹੈ, ਉਹਨਾਂ ਚਿਰ ਤੂੰ ਸੁੱਤਾ ਹੈ, ਤੂੰ ਜਾਗਿਆ ਨਹੀਂ ਹੈ। ਹੁਣ ਦੇਖੋ ਵਿਚਾਰ ਕਰਕੇ ਲਿਆਉਣੀ ਹੈ ਗੁਰਬਾਣੀ ਦੀ। ਜਦੋਂ ਗੁਰੂ ਚਰਨਾਂ 'ਚ ਬੈਠਦੇ ਹੋ ਨਾ, ਤੇ ਗੁਰਬਾਣੀ ਪੜ੍ਹਨ ਲੱਗਿਆ ਮਨ 'ਚ ਸੋਚਿਆ ਕਰੋ, ਵਿਚਾਰ ਪੈਦਾ ਕਰਿਆ ਕਰੋ। ਕੀ ਵਿਚਾਰ ਪੈਦਾ ਕਰੋ? ਵੀ ਕਮਾਲ ਹੈ, ਇੱਕ ਜਾਗਦੇ ਬੰਦੇ ਨੂੰ ਕੋਈ ਕਹਿ ਦੇਵੇ ਕਿ ਜਾਗ, ਉਹ ਕੀ ਜਾਗਣਾ ਹੈ? ਅਸਲ 'ਚ ਜਾਗਣਾ ਕੀ ਹੈ ਕਿ ਜਿੱਦਣ ਸਾਨੂੰ ਗੁਰਬਾਣੀ ਪੜ੍ਹਦਿਆਂ ਸੋਝੀ ਆ ਗਈ ਵੀ ਸਰੀਰ ਸਾਡਾ ਨਹੀਂ ਹੈ, ਜਿੱਦਣ ਬਾਣੀ ਪੜ੍ਹਦਿਆਂ ਸਾਨੂੰ ਸਮਝ ਲੱਗ ਗਈ ਵੀ ਸਰੀਰ ਨਾਲ ਸਾਡਾ ਨਾਤਾ ਨਹੀਂ ਹੈ, ਉਦੋਂ ਸਾਨੂੰ ਗੁਰਬਾਣੀ ਦੀ ਸੋਝੀ ਆ ਜਾਊਗੀ, ਉਦੋਂ ਸਾਨੂੰ ਗੁਰਬਾਣੀ ਦੀ ਸਮਝ ਲੱਗਣ ਲੱਗ ਪਊਗੀ। ਪਰ ਜਿੰਨਾ ਚਿਰ ਅਸੀਂ ਗੁਰੂ ਚਰਨਾਂ 'ਚ ਬੈਠੇ ਤੇ ਸਰੀਰ ਦੀ ਖਾਤਰ ਮੰਗਦੇ ਰਹੇ, ਸਰੀਰ ਦੀ ਖਾਤਰ ਹੀ ਬਾਣੀ ਪੜ੍ਹਦੇ ਰਹੇ, ਗੁਰੂ ਪਿਆਰੇ ਉਮਰਾਂ ਲੰਘ ਜਾਣੀਆਂ, ਪਰ ਸੁੱਤਿਆਂ ਲੰਘ ਜਾਣੀਆਂ। ਸੁੱਤਿਆਂ ਰਹਿਣ ਵਿਹਾਣੀ, ਸੁੱਤਿਆਂ ਪੈ ਰਾਤ ਗੁਜ਼ਰ ਜਾਣੀ ਹੈ, ਰਹਿਤ ਦਾ ਪਤ ਜੀਵਨ। ਸੁੱਤਿਆਂ ਪੈ ਜੀਵਨ ਗੁਜ਼ਰ ਜਾਣਾ ਤੇ ਆਪਾਂ ਨੂੰ ਜਾਗਰੂਕਤੀ ਨਹੀਂ ਆਉਣੀ। ਜਾਗਰੂਕਤੀ ਦਾ ਮਤਲਬ ਹੈ, ਜਾਗਣ ਦਾ ਮਤਲਬ ਹੈ। ਕਦੀ ਵਿਚਾਰ ਕਰਕੇ ਦੇਖਣਾ, ਬੱਚਾ ਜਾਗਦਾ ਪਿਆ ਹੈ, ਕੀ ਕਰੀਦਾ? ਜਾਗਦਾ ਪਿਆ ਕੰਮ ਕਰ ਲੈ ਕੋਈ। ਹੁਣ ਇਹਦਾ ਮਤਲਬ ਜਾਗਣਾ ਤਾਂ ਆ
ਕੁਝ ਕਰਨਾ ਹੈ। ਤੇ ਜਿੱਦਣ ਮਨ ਨੂੰ ਸਮਝ ਲੱਗ ਜਾ ਮੈਂ ਕੁਝ ਕਰਨਾ ਹੈ, ਮੈਂ ਕਿਤੇ ਜਾਣਾ ਹੈ, ਉਦੋਂ ਤੇ ਜਾਗਿਆ। ਜੇ ਇਹਨੂੰ ਪਤਾ ਲੱਗਾ ਹੀ ਨਹੀਂ ਮੈਂ ਜਾਣਾ ਹੈ ਕਿਤੇ, ਜੇ ਇਹਨੂੰ ਪਤਾ ਲੱਗਾ ਹੀ ਨਹੀਂ ਮੈਂ ਜਾਣਾ ਕਿਤੇ, ਮੈਂ ਇਸ ਪਿੰਡ ਦਾ ਨਹੀਂ ਹੈ, ਮੇਰਾ ਇਸ ਸੰਸਾਰ ਦੇ ਉੱਤੇ ਕੋਈ ਨਾਤਾ ਨਹੀਂ, ਮੇਰਾ ਇੱਥੇ ਕੋਈ ਭੈਣ ਭਰਾ ਨਹੀਂ ਹੈ, ਕੋਈ ਜਾਗਰੂਕਤੀ ਨਹੀਂ ਆਈ। ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਬਈ ਜੋ ਪ੍ਰਾਣੀ ਮਮਤਾ ਤਜੇ, ਕਹਿੰਦੇ ਜਿਹੜਾ ਮਨ ਜਿਹੜਾ ਹੈ ਇਸ ਸਹੀ 'ਚ ਸਵਾਸ ਲੈਂਦਿਆਂ ਮਮਤਾ ਦਾ ਤਿਆਗ ਕਰ ਦੇਵੇ, ਮੇਰੀ ਦਾ ਤਿਆਗ ਕਰ ਦੇਵੇ। ਫਿਰ ਧਿਆਨ ਦੇਣਾ, ਲੋਭ ਮੋਹ ਹੰਕਾਰ। ਹੁਣ ਲੋਭ ਮੋਹ ਹੰਕਾਰ ਕਿੱਥੋਂ ਆਇਆ? ਪਹਿਲਾਂ ਮਮਤਾ ਆਈ, ਮਮਤਾ ਤੋਂ ਹੀ ਲੋਭ ਪੈਦਾ ਹੁੰਦਾ ਹੈ, ਮਮਤਾ ਤੋਂ ਹੀ ਮੋਹ ਪੈਦਾ ਹੁੰਦਾ ਹੈ, ਮਮਤਾ ਤੋਂ ਹੀ ਹੰਕਾਰ ਪੈਦਾ ਹੁੰਦਾ। ਮਮਤਾ ਤੋਂ ਹੀ ਸਭ ਕੁਝ, ਮਮਤਾ ਬੀਜ ਇਹਨਾਂ ਦਾ। ਅੰਦਰ ਮਮਤਾ ਹੈਗੀ ਤੇ ਮਨ ਲੋਭੀ ਹੈ, ਅੰਦਰ ਮਮਤਾ ਹੈਗੀ ਹੈ ਮਨ ਮੋਹ 'ਚ ਫਸਿਆ, ਅੰਦਰ ਮਮਤਾ ਹੈਗੀ ਮਨ ਹੰਕਾਰ 'ਚ ਫਸਿਆ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਸਭ ਤੋਂ ਪਹਿਲਾਂ ਮਮਤਾ ਦਾ ਤਿਆਗ ਕਰ। ਹੁਣ ਵਿਚਾਰ ਕਰਨਾ, ਹੁਣ ਆਪਾਂ ਕੀ ਕਹਾਂਗੇ? ਜੇ ਮਮਤਾ ਦਾ ਤਿਆਗ ਕਰ ਦਾਂਗੇ ਤੇ ਫਿਰ ਸੰਸਾਰ 'ਚ ਵਿਚਰਾਂਗੇ ਕਿਵੇਂ? ਜੇ ਮਮਤਾ ਦਾ ਤਿਆਗ ਕਰ ਦਾਂਗੇ, ਮਮਤਾ ਛੱਡ ਦਿਆਂਗੇ ਤੇ ਸੰਸਾਰ 'ਚ ਵਿਚਰਾਂਗੇ ਕਿਵੇਂ? ਧਿਆਨ ਦੇਣਾ, ਸਮਝਣਾ ਧਿਆਨ ਦੇ ਨਾਲ। ਗੁਰੂ ਸਾਹਿਬਾਂ ਨੇ ਇਹ ਨਹੀਂ ਕਿਹਾ ਮਮਤਾ ਛੱਡ ਦੇ, ਮਮਤਾ ਛੱਡ ਦੇ। ਇਹ ਨਹੀਂ ਕਿ ਸੰਸਾਰ ਦੇ ਪਦਾਰਥਾਂ ਨੂੰ ਗ੍ਰਹਿਣ ਕਰਨਾ ਛੱਡ ਦੇ, ਕੰਮ ਕਾਰ ਛੱਡ ਦੇ, ਵਿਹਲਾ ਹੋ ਜਾ, ਤੁਰਿਆ ਫਿਰ ਗੁਰੂ ਘਰ ਆ ਕੇ ਬਹਿ ਜਾ, ਛੱਡ ਦੇ ਸਭ ਕੁਝ। ਨਹੀਂ, ਕਹਿੰਦੇ ਤਿਆਗਣਾ, ਕੇਵਲ ਦਾ ਕੇਵਲ ਤਿਆਗਣਾ। ਹੁਣ ਧਿਆਨ ਦੇਣਾ, ਇੱਕ ਜਗ੍ਹਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ 487 ਅੰਗ ਦੇ ਉੱਤੇ ਪੜ੍ਹਿਓ, ਭਗਤਾਂ ਬਾਰੇ ਵਿਚਾਰ ਲਿਖਦੇ ਆ। ਤੇ ਭਗਤ ਕਬੀਰ ਸਾਹਿਬ ਬਾਰੇ ਵਿਚਾਰ ਲਿਖਦੇ ਆ ਗੁਰੂ ਅਰਜਨ ਦੇਵ ਮਹਾਰਾਜ। ਕੀ ਕਹਿੰਦੇ ਆ? ਕਹਿੰਦੇ ਬੁਣਨਾ ਤਣਨਾ ਤਿਆਗ ਕੇ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਗੁਰੂ ਅਰਜਨ ਦੇਵ ਮਹਾਰਾਜ ਦੀ ਪੰਕਤੀ ਹੈ, ਕਬੀਰ ਬਾਰੇ ਦੱਸਦੇ ਆ। ਕਹਿੰਦੇ ਸੰਸਾਰ ਵਾਲਿਓ ਜਾਂ ਧਿਆਨ ਨਾਲ ਝਾਤੀ ਮਾਰੋ, ਬੁਣਨਾ ਤਣਨਾ ਤਿਆਗ ਕੇ। ਕਹਿੰਦੇ ਭਗਤ ਪ੍ਰੀਤ ਸਾਹਿਬ ਕਬੀਰ ਸਾਹਿਬਾਂ ਨੇ ਛੱਡਿਆ ਕੁਝ ਵੀ ਨਹੀਂ। ਜੋ ਲਾਹੇ ਸੀ ਖੇਸ ਬੁਣਦੇ ਹੁੰਦੇ ਸੀ, ਖੱਡੀ ਦੇ ਕੰਮ ਕਰਦੇ ਸੀ, ਕਿਰਤ ਨਹੀਂ ਛੱਡੀ ਸਾਰੀ ਉਮਰ, ਤੇ ਨਾ ਛੱਡਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕੀਤੀ, ਭਗਤ ਰਵਿਦਾਸ ਜੀ ਨੇ ਕਿਰਤ ਕੀਤੀ, ਸਾਰੇ ਨੇ ਕਿਰਤ ਕੀਤੀ, ਕਿਤੇ ਝਾਤੀ ਮਾਰ ਕੇ ਦੇਖੋ। ਪਰ ਫਿਰ ਵੀ ਲਿਖਣ ਡਿਆ ਬੁਣਨਾ ਤਣਨਾ ਤਿਆਗ ਕੇ। ਕਹਿੰਦੇ ਭਗਤ ਕਬੀਰ ਸਾਹਿਬ ਸਨ ਜਿਹੜੇ ਨਾ, ਉਹਨਾਂ ਨੇ ਬੁਣਨਾ ਤਣਨਾ ਤਿਆਗ ਦਿੱਤਾ, ਛੱਡਿਆ ਨਹੀਂ, ਸਰੀਰ ਤੋਂ ਨਹੀਂ ਛੱਡਿਆ, ਮਨ ਤੋਂ ਤਿਆਗ ਕਰ ਦਿੱਤਾ। ਕਹਿੰਦੇ ਕਬੀਰ ਸਾਹਿਬ ਨਾ, ਇੱਕ ਸਮੇਂ ਦੀ ਗੱਲ ਹੈ, ਕਿਸੇ ਸਾਧੂ ਕੋਲ ਗਏ ਤੇ ਸਾਧੂ ਨੂੰ ਜਾ ਕੇ ਕਬੀਰ ਜੀ ਕਹਿਣ ਲੱਗੇ, ਕਹਿੰਦੇ ਸਾਧੂ ਜੀ ਇੱਦਾਂ ਆ ਵੀ ਮੇਰੀ ਬਿਰਤੀ ਨਹੀਂ ਜੁੜਦੀ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਉਹ ਸਾਧੂ ਕਹਿਣ ਲੱਗਾ, ਕਹਿੰਦਾ ਵੀ ਕਬੀਰ ਇੱਦਾਂ ਕਰ, ਬੁਣਨਾ ਤਣਨਾ ਤਿਆਗ ਦੇ, ਬੁਣਨਾ ਤਣਨਾ ਤਿਆਗ ਦੇ। ਹੁਣ ਦੇਖੋ, ਆਪਾਂ ਨੂੰ ਕੋਈ ਕਹਿ ਦੇਵੇ ਕਿ ਭਾਈ ਸਾਹਿਬ ਕੰਮ ਕਰ ਤਿਆਗ ਦਿਓ, ਸੰਸਾਰ ਤਿਆਗ ਦਿਓ, ਭੈਣ ਭਰਾ ਤਿਆਗ ਦਿਓ, ਤੇ ਆਪਾਂ ਪਹਿਲਾਂ ਤਾਂ ਉਹਦੇ ਗਲ ਪਵਾਂਗੇ। ਤੇ ਦੂਜੀ ਗੱਲ, ਜੇ ਘਰ ਆ ਗਏ ਤੇ ਆ ਕੇ ਆਪਾਂ ਘਰਦਿਆਂ ਨੂੰ ਕਹਾਂਗੇ ਮੈਂ ਤੁਹਾਨੂੰ ਛੱਡ ਦੇਣਾ। ਹੁਣ ਕੀ ਗੱਲ ਹੋ ਗਈ? ਮੈਨੂੰ ਸਾਧੂਆਂ ਨੇ ਕਿਹਾ ਜੀ ਤੁਸੀਂ ਛੱਡ ਦਿਓ ਸਭ ਕੁਝ। ਉਹ ਗੁਰੂ ਪਿਆਰੋ ਧਿਆਨ ਨਾਲ ਫੜਿਆ ਕਰੋ। ਕਬੀਰ ਸਾਹਿਬ ਘਰ ਆਏ, ਖੇਸ ਬੁਣਦੇ ਪਏ, ਖੇਸ ਬੁਣਦੇ ਪਏ, ਖੇਸ ਬੁਣ ਕੇ ਤੇ ਲੈ ਕੇ ਜਾਂਦੇ ਪਏ ਆ ਸ਼ਾਹੂਕਾਰ ਦੇ ਕੋਲ। ਸ਼ਾਹੂਕਾਰ ਨੂੰ ਖੇਸ ਦਿੰਦੇ। ਜਦੋਂ ਸ਼ਾਹੂਕਾਰ ਨੂੰ ਖੇਸ ਦਿੱਤੇ, ਵੀ ਸ਼ਾਹੂਕਾਰ ਨੂੰ ਕਹਿਣ ਲੱਗੇ ਮੈਨੂੰ ਰਾਸ਼ਨ ਪਾ ਦੇ। ਸ਼ਾਹੂਕਾਰ ਕਹਿੰਦਾ ਕਬੀਰ ਤੇਰਾ ਉਧਾਰ ਬੜਾ ਖੜਾ, ਇਹ ਖੇਸ ਦੇ ਕੇ ਵੀ ਤੇਰਾ ਉਧਾਰ ਪੂਰਾ ਨਹੀਂ ਹੁੰਦਾ, ਅੱਜ ਤੈਨੂੰ ਰਾਸ਼ਨ ਨਹੀਂ ਮਿਲਣਾ। ਕਹਿੰਦੇ ਕੋਈ ਗੱਲ ਨਹੀਂ, ਕੋਈ ਗਿਲਾ ਨਹੀਂ ਕੀਤਾ, ਕੋਈ ਲੜਿਆ ਨਹੀਂ ਉਹਦੇ ਨਾਲ। ਆ ਗਏ, ਤੁਰ ਪਏ ਵਾਪਸ। ਆ ਕੇ ਫਿਰ ਆਪਣਾ ਕੰਮ ਕਰਨ ਲੱਗ ਪਏ। ਮਾਂ ਕਹਿਣ ਲੱਗੀ ਵੀ ਕਬੀਰ ਤੂੰ ਤਾਂ ਰਾਸ਼ਨ ਲੈਣ ਗਿਆ ਸੀ। ਕਹਿੰਦੇ ਮਾਂ ਸ਼ਾਹੂਕਾਰ ਨੇ ਖੇਸ ਰੱਖ ਲਿਆ ਤੇ ਉਹ ਕਹਿੰਦਾ ਵੀ ਤੇਰਾ ਤਾਂ ਜੇ ਉਧਾਰ ਉਤਰਿਆ ਨਹੀਂ ਹੈ, ਪੈਸੇ ਜ਼ਿਆਦਾ ਨੇ, ਤੂੰ ਕਹਿਣਾ ਸੀ ਉਹਨੂੰ ਵੀ ਦੇ ਦੇ। ਕਹਿੰਦਾ ਉਹਦੇ ਭਾਅ ਕੀ ਲਾਇਆ, ਖੇਸਾਂ ਦਾ ਰੇਟ ਕੀ ਲਾਇਆ ਸ਼ਾਹੂਕਾਰ ਨੇ? ਕਹਿੰਦਾ ਮਾਂ ਉਹਦੀ ਮਰਜ਼ੀ, ਜੋ ਲਾ ਦੇਵੇ ਲਾ ਦੇਵੇ। ਕਹਿੰਦਾ ਕਿਉਂ? ਹੁਣ ਧਿਆਨ ਦੇਣਾ ਇੱਥੇ, ਬੁਣਨਾ ਤਣਨਾ ਤਿਆਗ ਕੇ ਕਬੀਰ ਸਾਹਿਬ ਨੇ ਬੁਣਨਾ ਤਣਨਾ ਛੱਡਿਆ ਨਹੀਂ ਹੈ। ਅੱਗੇ ਮਨ 'ਚ ਲੱਗਾ ਰਹਿੰਦਾ ਸੀ ਵੀ ਖੇਸ ਬਣਾਏ ਆ 8 ਰੁਪਏ ਦੇ ਬਣਾਏ, ਜੇ 10 ਦਾ ਵਿਕਿਆ ਨਹੀਂ, ਵੇਚਣ ਦਾ ਕੀ ਫਾਇਦਾ? ਜੇ ਕੋਈ ਬਚਿਆ ਹੀ ਨਹੀਂ ਤੇ ਫਾਇਦਾ ਕੀ ਵੇਚਣ ਦਾ? ਅੱਗੇ ਮਨ 'ਚ ਟਿਕਿਆ ਰਹਿੰਦਾ ਸੀ, ਧਿਆਨ ਨਹੀਂ ਲੱਗਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ ਸੀ, ਕਿਉਂਕਿ ਮਨ ਵਿੱਚ ਕੀ ਟਿਕਿਆ ਸੀ? ਬੁਣਨਾ ਤਣਨਾ ਟਿਕਿਆ ਸੀ। ਹੁਣ ਕੀ ਹੋਇਆ? ਕਬੀਰ ਸਾਹਿਬ ਨੂੰ ਖੇਸ ਦੇ ਕੇ ਆ ਗਏ ਤੇ ਖੇਸ ਬੁਣਨ ਲੱਗ ਪਏ। ਕਹਿੰਦੇ ਮਾਂ ਮੇਰਾ ਕੰਮ ਆ ਖੇਸ ਬੁਣਨਾ, ਵਾਧਾ ਘਾਟਾ ਰੱਬ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈ।
ਹੁਣ ਬੁਣਨਾ ਤੰਨਾ ਤਿਆਗ ਦਿੱਤਾ, ਅੰਦਰੋਂ ਤਿਆਗਤਾ, ਛੱਡਿਆ ਨਹੀਂ ਹੈ। ਸਰੀਰ ਤੋਂ ਕੰਮ ਕਰ ਨਹੀਂ ਛੱਡਿਆ, ਪਰ ਮਨ ਤੋਂ ਤਿਆਗ ਕਰਤਾ ਹੈ ਵੀ ਇਹਦੇ 'ਚ ਘਾਟਾ ਪਵੇ ਤੇ 'ਚ ਵਾਧਾ ਪਵੇ ਮੈਨੂੰ ਪਰਵਾਹ ਨਹੀਂ ਹੈ, ਤਾਂ ਲਿਵ ਜੁੜਦੀ ਹੈ। ਬੁਣਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਕਹਿੰਦੇ ਜਦੋਂ ਭਗਤ ਕਬੀਰ ਸਾਹਿਬ ਨੇ ਬੁਣਨਾ ਤੰਨਾ ਤਿਆਗ ਦਿੱਤਾ ਵੀ ਆਪਣੇ ਮਨ 'ਚੋਂ ਛੱਡ ਦਿੱਤਾ ਵੀ ਵਾਧਾ ਪੈਂਦਾ ਘਾਟਾ ਪੈਂਦਾ ਕੋਈ ਪਰਵਾਹ ਨਹੀਂ। ਹੁਣ ਬੁਣਨ ਤੰਨੇ ਵੱਲ ਧਿਆਨ ਨਹੀਂ ਲਾਉਂਦੇ, ਧਿਆਨ ਲਾਉਂਦੇ ਆ ਸ਼ਬਦ ਨਾਲ। ਪ੍ਰੀਤ ਚਰਨ ਕਬੀਰਾ ਕਹਿੰਦੇ ਕਬੀਰ ਜੀ ਦੀ ਪ੍ਰੀਤੀ ਜੁੜ ਗਈ ਪ੍ਰਭੂ ਦੇ ਚਰਨਾਂ ਨਾਲ, ਸ਼ਬਦ ਨਾਲ ਜੁੜ ਗਈ ਜਦੋਂ ਤਿਆਗ ਕੀਤਾ। ਹੁਣ ਧਿਆਨ ਦੇਣਾ, ਅਸੀਂ ਕੀ ਕਰਦੇ ਹਾਂ, ਅਸੀਂ ਇਹ ਗੱਲ ਸੁਣ ਲੈਂਦੇ ਹਾਂ ਤਾਂ ਅਸੀਂ ਅੱਗੇ ਮਨ 'ਚ ਵਿਚਾਰ ਲੈ ਆਉਂਦੇ ਹਾਂ ਨਾ, ਜੇ ਕੰਮ ਕਰ ਛੱਡਦੀ ਭੁੱਖੇ ਮਰੀਏ, ਜੇ ਕੰਮ ਕਰ ਛੱਡਦੀ ਹੈ ਤੇ ਭੁੱਖੇ ਮਰੀਏ। ਫਿਰ ਬਾਣੀ 'ਚ ਲਿਖਿਆ ਕਿ ਬੁਣਨਾ ਤੰਨਾ ਤਿਆਗ ਕੇ ਉਹ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਪ੍ਰਾਣੀ ਮਮਤਾ ਤਜੇ, ਕਹਿੰਦੇ ਜਿਹੜਾ ਪੁਰਾਣਾ ਦੇ ਵਿੱਚ ਰਹਿੰਦੇ ਆ ਮਨ ਸਰੀਰ ਵਿੱਚ ਰਹਿੰਦੇ ਆ ਮਮਤਾ ਦਾ ਆਪਣੇ ਮੇਰੀਪਨ ਦਾ ਤਿਆਗ ਕਰ ਦੇਵੇ। ਇਹ ਨਹੀਂ ਕਿ ਸਰੀਰ ਦੇ ਵਿੱਚ ਸੰਸਾਰ ਰਹਿਣਾ ਨਹੀਂ ਹੈ। ਹੁਣ ਤੁਸੀਂ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਪਿਆ, ਜਿਹੜਾ ਬੰਦਾ ਮਿਹਨਤ ਕਰਦਾ ਪਿਆ, ਠੀਕ ਆ, ਉਹ ਤਨਖਾਹ ਲੈਣ ਗਿਆ, ਜਾ ਕੇ ਉਹਨੇ ਮਾਲਕ ਨੂੰ ਕਿਹਾ ਹਾਂ ਵੀ ਪੁੱਤਰ ਕਿੱਧਰ ਆਇਆ, अब मेरी तनख्वाह दे दो। उन्हें क्या मेरी तनख्वाह दे दो, मैं मेहनत की। हुण मेरी दा मतलब त्याग का की मतलब है कि तनख्वाह लैन गया, मेरी तनख्वाह दे दो, पर ध्यान दो तनख्वाह किन्नी मिली है, चुप करके लैके तुर पिया, हक नहीं जमाया। त्याग हो गया ना, अंदरों त्याग हो गया, हक नहीं जमाया। उन्हें जिन्ने पैसे फड़ाए लैके तुर पिया। वो मालिक पुछदा है भी काका इधर आ, कहते हाँ जी, तू पैसे नहीं गिने, कहना जिन्ने मेरे बंदे आपने दे ही दिते होने। हुण मालिक सोचदा ये बच्चा तब्दील हो गया, इस बच्चे अंदर खूबी है कोई, बड़ी रिस्पैक्ट करन लग पिया ओहदी। किहड़ी गल्लों, इन्हें गिने ही नहीं, मैं जिन्ने फड़ाया लैके चला गया, जाके घर फड़ा दिते। हुण इस चीज़ की विचार करनी है। गुरु साहब ने नहीं कहा कि तुसी बिल्कुल त्याग कर दो, ममता का त्याग कर दो, बिल्कुल ही छड़ दो। छड्डना नहीं, त्यागना है, छड्डना नहीं है, त्यागना है। छड्डन ते त्यागन च फर्क है। मन तो छड्डीए ते त्याग कहीदा है, सही तो छड्डीए ते छड्डना कहीदा है। उन्हें छड्डना नहीं किया, उन्हें कहा जो पुरानी ममता तजे, अंदरों मन तो छड़ देवे पर शरीर तो काम करता रहे। हुण ध्यान दो, एक जगह ते गुरु साहब ने कहा, कहना घाल का एक हथों दे, नानक राह पछाणे से। हुण इत्थे कहंदे घाल खाए कि हथों दे, हुण हथों तां ही देवांगे जे कमाई करांगे ते जे छड़ दित्ती ते कमाई करांगे कित्थों? कमाई तो तां ही होऊ ना जे आपां मन विच चाह होऊ भी आपां कमाई करनी। इहदा मतलब कमाई करनी है पर कमाई दा छड्डना नहीं है, त्यागना है। घाल खाए कि हथों दे, घाल फायदा कमाई करदा। कोई बंदा कमाई करदा है, कमाई करके कोई पैसे इकट्ठे करता है, घाल खाए कमाई करके खांदा है कि हथों दे, उहदे विचों कुछ बचाउंदा है ते किसे नूं दिंदा है। नानक राह पछाणे से। हुण ध्यान दिओ, कहंदे ऐसा ईमानदार आदमी जिहदे मन दे अंदरों ममता का त्याग हो गया, कमाई करदा है पर विचों कमाई दे विचों कुछ दसवां च कढदा है, कोई गुरु घर नूं दिंदा, किसी गरीब का भला करदा है, किसी गरीब की झोली भरदा है, किसी गरीब का ढिड भरदा है। कहंदा घाल खाए कि हथों दे, नानक राह पछाणे से, कहंदा गुरु दे मार्ग की पछाण कर लैंदा है, परमात्मा तक जाण वाला राह जिहड़ा है वो लभ लैंदा है। हुण इहदे कई मतलब ने, घाल खाए कि हथों दे कई मतलब है। एक शरीरक रूपी हो गया भी कमाई करदा, हथ नाल मेहनत करदा कि हथों दिंदा। कहंदा घाल खाए कि हथों दे, कहंदा जे कोई प्राणी प्रभु दे नाम की घालना घालदा, कमाई करदा है, कमाई करके कि हथों दे, की हथों दे, अपने मन विचों त्याग कर दिंदा झूठे पदार्थां दा। हुण आपां की करदे हां, देखो आपां गुरबाणी पढ़दे हां, असीं सवेरे उठ के नितनेम करदे हां, बाणी पढ़दे, साडे मन च की हुंदा, मैं सवेरे उठिया पाठ किया, मेरा फलाना काम बनना चाहिए। असीं घालना तो करदे पे हथों कुछ दिता ही नहीं। इहदा मतलब गुरु दे डिपेंड होए ही नहीं भी धन गुरु ग्रंथ साहब जी मैं पाठ करन लगा, ये बदले मैनू की देना, मैनू कुछ नहीं चाहिए, मैनू तुहाडी मत चाहिए। आपां कहने तुहाडी मत चाहिए, आपां कहने धन गुरु ग्रंथ साहब जी मैं नितनेम किया, फलानी चीज़ चाहिए, फलाना काम बनया नहीं, तो फायदा की गुरु घर जाण दा, फायदा की पाठ करन दा। बड़े सज्जन मिलणगे, तुसीं कदी याद रखियो, कई सज्जन इदां दे ने जिन्हां नूं पता है कि मैनू किन्ने साल हो गए गुरुद्वारे जांदिआं नूं, किन्ना चिर हो गया पाठ करदिआं नूं, किन्ना चिर हो गया झाड़ू फेरदिआं नूं, किन्ने मैं पैसे दिते, सब कुछ याद है उन्होंने। कोई विरला सज्जन मिलता है, किते पुछ के देखियो भाई साहब
ਤੁਹਾਨੂੰ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦਿਆਂ ਨੂੰ? ਕਹਿੰਦਾ ਭਾਜੀ ਪਤਾ ਨਹੀਂ। ਤੁਹਾਨੂੰ ਪਤਾ ਨਹੀਂ ਆ? ਕਹਿੰਦੇ ਹਾਂ ਮੈਨੂੰ ਪਤਾ ਨਹੀਂ। ਵਿਚਾਰ ਕਰਨਾ, ਇੱਕ ਬਜ਼ੁਰਗ ਸੀਗੇ ਤੇ ਉਹ ਗੁਰਦੁਆਰੇ ਬਾਹਰ ਨਿਕਲੇ, ਅੱਗੋਂ ਉਹਨਾਂ ਨੂੰ ਬੱਚੇ ਮਿਲ ਗਏ, 8-10 ਜਣੇ ਬੱਚੇ ਮਿਲੇ ਤੇ ਉਹ ਬਜ਼ੁਰਗਾਂ ਨੂੰ ਕਹਿੰਦੇ ਬਾਪੂ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦਿਆਂ ਨੂੰ? ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਉਂਦਿਆਂ ਨੂੰ? ਕਹਿੰਦੇ ਕਿਉਂ ਪੁੱਤਰ ਕੀ ਗੱਲ ਹੋ ਗਈ? ਉਹਨਾਂ 2-3 ਵਾਰੀ ਪੁੱਛਿਆ, ਕੁਝ ਨਹੀਂ ਬੋਲੇ। ਫਿਰ ਬਾਪੂ ਨੂੰ ਪੁੱਛਿਆ, ਬਾਪੂ ਤੁਹਾਡੀ ਉਮਰ ਕਿੰਨੀ ਹੈ? ਤੁਹਾਡੀ ਉਮਰ ਕਿੰਨੀ? ਬਜ਼ੁਰਗ ਕਹਿੰਦੇ ਕਾਕਾ ਤੁਹਾਨੂੰ ਕੀ ਲੱਗਦਾ? ਕਹਿੰਦਾ ਨਹੀਂ ਬਾਪੂ ਤੁਹਾਡੀ ਉਮਰ ਬੜੀ ਹੈ। ਕਹਿੰਦਾ ਨਹੀਂ ਪੁੱਤਰ ਮੈਂ ਛੋਟਾ ਹੀ ਹਾਂ ਜੀ। ਤੁਸੀਂ ਛੋਟੇ ਹੀ ਹੋ? ਕਹਿੰਦੇ ਮੈਂ ਤੁਹਾਡੇ ਤੋਂ ਵੀ ਛੋਟਾ। ਬੱਚਿਆਂ ਨੂੰ ਕਹਿ ਰਿਹਾ, ਕੋਈ 10-12 ਸਾਲ ਦੇ, ਕੋਈ 14 ਸਾਲ ਦਾ, ਕੋਈ 15 ਸਾਲ ਦਾ ਬੱਚਾ ਨੂੰ ਕਹਿੰਦਾ ਤੁਹਾਡੇ ਤੋਂ ਛੋਟਾ ਮੈਂ। ਬੱਚੇ ਬੜੇ ਹੈਰਾਨ ਵੀ ਸਾਡੇ ਤੋਂ ਛੋਟੇ ਹੋ। ਕਹਿੰਦੇ ਦੱਸੋ ਬਾਪੂ ਤੁਹਾਡੀ ਫਿਰ ਉਮਰ ਕਿੰਨੀ ਹੈ? ਕਹਿੰਦੇ ਮੇਰੀ ਉਮਰ 6 ਕੁ ਸਾਲ ਦੀ। ਬੱਚੇ ਬੜੇ ਹੱਸੇ। ਕਹਿੰਦੇ ਬਾਪੂ ਜੀ ਸੁਣਿਆ ਸੀ ਬਾਪੂ ਆਪਣੀ ਉਮਰ 'ਚ ਪਾ ਲੈਂਦੇ, ਬਜ਼ੁਰਗ ਆਪਣੀ ਉਮਰ 'ਚ ਪਾਉਂਦੇ, ਪਰ ਤੁਹਾਡੇ ਵਾਂਗੂ ਨਹੀਂ। ਤੁਸੀਂ 6 ਸਾਲ ਹੀ ਦੱਸ ਦਿਓ, ਕੋਈ ਦੱਸ ਦਿੰਦੇ, ਕੋਈ 56 ਸਾਲ ਦੱਸ ਤਾਂ ਵੀ ਸਮਝ ਲੈਂਦੇ, ਇਕੱਠੀ 6 ਸਾਲ ਦੀ। ਬੱਚੇ ਖੇਡਦੇ ਨਾ ਅੰਦਰੋਂ ਇੱਕ ਬਜ਼ੁਰਗ ਹੋਰ ਨਿਕਲੇ। ਉਹਨਾਂ ਨੂੰ ਕਹਿੰਦੇ ਬਾਪੂ ਤੁਹਾਡੀ ਉਮਰ ਕਿੰਨੀ ਹੈ? ਕਹਿੰਦੇ ਮੇਰੀ 75 ਸਾਲ ਦੀ। ਆ ਕਹਿੰਦੇ ਬਾਪੂ ਕਹਿੰਦਾ 6 ਸਾਲ ਦੀ। ਉਹ ਕਹਿੰਦੇ ਇਦਾਂ ਹੀ ਹੁੰਦਾ, ਲੋਕਾਂ ਦੀ ਆਦਤ ਹੈ ਆਪਣੀ ਉਮਰ ਛਪਾਉਣ ਦੀ, ਰਹਿਣ ਦੇ, ਝੂਠ ਬੋਲਦਾ ਬੋਲਣ ਦਿਓ। ਉਹ ਬਜ਼ੁਰਗ ਸੁਣ ਕੇ ਨਾ ਵੀ 6 ਸਾਲ ਦੀ ਉਮਰ ਕਹਿੰਦਾ, ਅੰਦਰ ਚਲੇ ਗਏ। ਅੰਦਰ ਜਾ ਕੇ ਕਹਿੰਦੇ ਗੁਰੂ ਜੀ, ਕਹਿੰਦੇ ਹਾਂਜੀ ਤੁਹਾਡੇ ਸਿੱਖ ਝੂਠ ਵੀ ਬੋਲਦੇ ਜੇ। ਕੀ ਗੱਲ ਹੋ ਗਈ? ਕੌਣ ਝੂਠ ਬੋਲਦਾ? ਤੁਹਾਡੇ ਕੋਲ ਹੁਣੇ ਜਿਹੜਾ ਇੱਕ ਬਜ਼ੁਰਗ ਗਿਆ ਸੀ ਉੱਠ ਕੇ ਬੜਾ ਝੂਠ ਬੋਲਦਾ। ਕਹਿੰਦੇ ਕਿਉਂ, ਕੀ ਝੂਠ ਬੋਲਦਾ? ਕਹਿੰਦੇ ਸੱਚੀ ਮੁੱਚੀ ਬਹੁਤ ਝੂਠ ਬੋਲਦਾ। ਲਓ ਬੁਲਾਓ ਉਹਨੂੰ। ਬੁਲਾਇਆ। ਜਦੋਂ ਆਇਆ ਨਾ ਉਹਨੂੰ ਪੁੱਛਿਆ, ਹਾਂ ਵੀ ਬਜ਼ੁਰਗੋ ਕੀ ਗੱਲ ਹੋ ਗਈ? ਕਹਿੰਦਾ ਜੀ ਕੋਈ ਗੱਲ ਤੇ ਕੁਛ ਨਹੀਂ ਹੋਈ, ਦੱਸੋ ਇਹਨਾਂ ਨੂੰ ਪੁੱਛੋ ਕੀ ਝੂਠ ਬੋਲਿਆ। ਕਹਿੰਦੇ ਹਾਂ ਵੀ ਦੱਸੋ ਵੀ ਕੀ ਝੂਠ ਬੋਲਿਆ। ਕਹਿੰਦੇ ਬਾਪੂ ਨੂੰ ਪੁੱਛਿਆ ਤੇਰੀ ਉਮਰ ਕਿੰਨੀ ਹੈ? ਇਹ ਕਹਿੰਦਾ 6 ਸਾਲ ਦੀ। ਤੇ ਗੁਰੂ ਜੀ ਨੇ ਪੁੱਛਿਆ, ਹਾਂ ਬਈ ਬਜ਼ੁਰਗੋ ਤੁਹਾਡੀ ਉਮਰ ਕਿੰਨੀ ਹੈ? ਕਹਿੰਦੇ ਪਾਤਸ਼ਾਹ 6 ਸਾਲ ਦੀ। ਹੁਣ ਗੁਰੂ ਜੀ ਦੇ ਸਾਹਮਣੇ ਜਦੋਂ ਕਿਹਾ ਨਾ 6 ਸਾਲ ਦੀ, ਤੇ ਸਾਰੇ ਜਣੇ ਗੁਰੂ ਜੀ ਨੂੰ ਪੁੱਛਦੇ, ਕਹਿੰਦੇ ਤੁਹਾਡੇ ਸਾਹਮਣੇ ਝੂਠ ਬੋਲਣ ਦਾ ਵੇਖ ਲਓ। ਕਹਿੰਦਾ ਮੇਰੀ ਉਮਰ 6 ਸਾਲ ਦੀ। ਹੁਣ ਹੋਇਆ ਕੀ, ਗੁਰੂ ਜੀ ਬੜੇ ਹੱਸੇ ਖੜਖੜਾ ਕੇ। ਜਦੋਂ ਹੱਸੇ ਨਾ ਤੇ ਬਾਕੀ ਸਾਰੇ ਉਹ ਸਿੰਘ ਵੇਖਣ ਵੀ ਗੁਰੂ ਜੀ ਵੀ ਹੱਸ ਪਏ, ਵੇਖ ਲਓ ਵਾਕਈ ਝੂਠ ਬੋਲਿਆ। ਤੇ ਗੁਰੂ ਜੀ ਕਹਿੰਦੇ ਬਜ਼ੁਰਗਾ ਦੱਸ ਫਿਰ ਇਹਨਾਂ ਨੂੰ ਤੇਰੀ ਉਮਰ 6 ਸਾਲ ਦੀ ਹੈ, ਦੱਸ ਇਹਨਾਂ ਨੂੰ, ਫਿਰ ਦੱਸ। ਕਹਿੰਦਾ ਮੈਂ ਤੇ ਗੁਰੂ ਜੀ ਕਿਹਾ ਮੇਰੀ ਉਮਰ 6 ਸਾਲ ਦੀ ਹੈ, ਇਹ ਮੰਨਦੇ ਨਹੀਂ ਹੈਗੇ। ਬੱਚੇ ਬੜੇ ਹੱਸੇ। ਉਹ ਜਿਹੜਾ ਬਜ਼ੁਰਗ ਅੰਦਰ ਲੈ ਕੇ ਗਿਆ ਸੀ ਨਾ ਸ਼ਿਕਾਇਤ ਲਾਉਣ ਲਈ, ਉਹ ਵੀ ਹੱਸੀ ਜਾਏ। ਕਹਿੰਦਾ ਬਾਪੂ ਗੁਰੂ ਸਾਹਮਣੇ ਤਾਂ ਝੂਠ ਨਾ ਬੋਲ। ਹੁਣ ਗੁਰੂ ਜੀ ਕਹਿੰਦੇ ਆ, ਕਹਿੰਦੇ ਇਹ ਝੂਠ ਨਹੀਂ ਬੋਲਦਾ, ਤੂੰ ਝੂਠ ਬੋਲਣ ਡਿਆ। ਤੇਰੀ ਉਮਰ ਕਿੰਨੀ ਹੈ? ਕਹਿੰਦਾ 75 ਸਾਲ ਦੀ। ਨਾ ਤੂੰ ਸੱਚ ਬੋਲ, ਤੂੰ ਸੱਚ ਬੋਲ। ਉਹ ਕਹਿੰਦਾ ਵੀ ਕਮਾਲ ਦੀ ਗੱਲ ਹੈ, ਮੈਂ ਸੱਚ ਬੋਲਣਾ, 75 ਸਾਲ ਦੀ ਉਮਰ, ਉਹ 6 ਸਾਲ ਦੀ ਕਹਿਣ ਡਿਆ। ਉਹਨੂੰ ਸੱਚਾ ਕਹਿੰਦੇ, ਮੈਨੂੰ ਝੂਠਾ ਕਹਿੰਦੇ। ਕਹਿੰਦੇ ਹਾਂ ਬਜ਼ੁਰਗੋ ਦੱਸੋ ਤੁਹਾਡੀ 6 ਸਾਲ ਦੀ ਉਮਰ ਕਿਵੇਂ ਆ, ਦੱਸੋ ਇਹਨਾਂ ਨੂੰ। ਉਹ ਕਹਿੰਦਾ ਜੀ ਇੱਦਾਂ ਆ ਵੀ ਮੈਂ ਇਸ ਗੁਰੂ ਕੋਲ ਆਉਂਦਿਆਂ ਮੇਰੀ ਕੋਈ 10 ਸਾਲ ਦੀ ਉਮਰ ਸੀ, ਮੇਰੀ 10 ਸਾਲ ਦੀ ਉਮਰ ਸੀ ਜਦੋਂ ਮੈਂ ਗੁਰੂ ਤੋਂ ਆਉਣ ਲੱਗਾ, ਗੁਰੂ ਚਰਨਾਂ 'ਚ ਆਉਣ ਲੱਗਾ ਤਨ ਕਰਕੇ, ਠੀਕ ਆ। ਕਹਿੰਦੇ ਫਿਰ ਕਹਿੰਦੇ 60 ਸਾਲ ਮੈਂ ਗੁਰੂ ਦੇ ਚਰਨਾਂ 'ਚ ਆਉਂਦਾ ਰਿਹਾ। ਕਿੰਨੇ ਹੋ ਗਏ? 70। ਕਹਿੰਦੇ ਅੱਜ ਮੇਰੇ ਸਰੀਰ ਦੀ ਉਮਰ 76 ਸਾਲ ਹੈ, ਮੇਰੇ ਸਰੀਰ ਦੀ ਉਮਰ 76 ਸਾਲ ਹੈ। ਕਹਿੰਦੇ ਹੁਣ ਟਿਕਾਣੇ ਤੇ ਆਇਆ ਬਾਪੂ, ਫਿਰ 6 ਸਾਲ ਕੋ ਕਹਿੰਦਾ? ਕਹਿੰਦਾ ਸੁਣ ਮੇਰੀ ਗੱਲ, ਸਰੀਰ ਦੀ ਉਮਰ 76 ਸਾਲ ਆ, ਪਰ ਗੁਰੂ ਦੇ ਚਰਨਾਂ ਦੀ ਸੋਝੀ ਮੈਨੂੰ 6 ਸਾਲ ਤੋਂ ਹੀ ਆਈ ਹੈ। ਤੇ ਮੈਂ ਅਸਲੀ ਉਮਰ ਆਪਣੀ 6 ਸਾਲ ਹੀ ਗਿਣਦਾ ਹੈ, ਉਹ ਤੋਂ ਪਹਿਲਾਂ ਤੇ ਉਮਰ ਆਵਾਗਾਉਣੀ ਚਲੀ ਗਈ ਹੈ, ਉਹ ਤਾਂ ਕਿਸੇ ਕੰਮ ਦੀ ਨਹੀਂ ਸੀ, ਇਸ ਕਰਕੇ ਮੈਂ ਉਹਨੂੰ ਗਿਣਦਾ ਹੀ ਨਹੀਂ। ਮੇਰੀ ਉਮਰ 6 ਸਾਲ ਦੀ ਹੈ। ਦੱਸੋ ਬਈ ਗੁਰੂ ਸਾਹਿਬ ਤੁਸੀਂ ਦੱਸ ਦਿਓ ਮੈਂ ਸੱਚ ਬੋਲਦਾ? ਤੇ ਗੁਰੂ ਸਾਹਿਬ ਨੇ ਕਹਿੰਦੇ ਹੱਸਿਆ ਮੈਂ ਤਾਂ ਹੀ ਸੀ ਵੀ ਬਜ਼ੁਰਗ ਵਿਚਾਰਾ ਸੱਚ ਬੋਲਣ ਰਿਹਾ। ਇਹਨੇ ਇਹੀ ਗੱਲ ਕਹਿਣੀ ਹੈ ਕਿ 6 ਸਾਲ ਤੋਂ ਮੈਨੂੰ ਸੋਝੀ ਆਈ ਆ, 6 ਸਾਲ ਤੋਂ ਮੈਂ ਗੁਰੂ ਦੇ ਚਰਨਾਂ 'ਚ ਪਹੁੰਚਿਆ। ਇਹ ਤੋਂ ਪਹਿਲਾਂ ਤਾਂ ਮੈਂ ਆਉਂਦਾ ਰਿਹਾ ਤਨ ਕਰਕੇ, ਪਰ ਮੈਂ ਗੁਰੂ ਕੋਲ ਨਹੀਂ ਆਇਆ ਕਿਉਂਕਿ ਮੈਨੂੰ ਗੁਰੂ ਦੀ ਸੋਝੀ ਨਹੀਂ ਆਈ, ਮੈਨੂੰ ਪਤਾ ਲੱਗਾ ਹੀ ਨਹੀਂ। ਹੁਣ ਤੁਸੀਂ ਝਾਤੀ ਮਾਰ ਲਓ ਤੁਹਾਡੀ ਉਮਰ ਕਿੰਨੀ ਹੈ, ਸਾਰੇ ਜਣੇ ਆਪਣੇ ਝਾਤੀ ਮਾਰਿਓ ਉਮਰ ਕਿੰਨੀ ਹੈ। ਗੁਰੂ ਦੇ ਪਿਆਰੀ ਸਾਧ ਸਿੰਘ ਜੋ ਸੱਚ ਜੇ, ਇਹ 'ਚ ਕੋਈ ਸ਼ੱਕ ਨਹੀਂ। ਅਸੀਂ ਲੋਕਾਂ ਨੇ ਗੌਰ ਨਹੀਂ ਕੀਤੀ। ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਹਿੰਦਾ ਕੋਈ ਕਮਾਈ ਕਰੇ ਪਰ ਹੱਥੋਂ ਛੱਡੇ ਵੀ ਕੁਛ, ਕੀ ਛੱਡੇ? ਮਮਤਾ ਦਾ ਤਿਆਗ ਕਰ ਦੇ, ਠੀਕ ਆ। ਨਾਨਕ ਰਾਹ ਪਛਾਣੇ ਸੇ
ਗੁਰੂ ਸਾਹਿਬਾਨ ਕਹਿੰਦੇ ਉਹ ਰਾਹ ਦੀ ਪਛਾਣ ਕਰ ਲੈਂਦੇ ਨੇ। ਕਹਿੰਦਾ ਵੀ ਇਸ ਮਾਰਗ ਦੀ ਜਾਣਕਾਰੀ ਉਹਨਾਂ ਨੂੰ ਮਿਲ ਜਾਂਦੀ ਹੈ। ਜਿਹੜੇ ਕਮਾਈ ਕਰਨ ਲੱਗਿਆ ਅੰਦਰੋਂ ਮਮਤਾ ਦਾ ਤਿਆਗ ਕਰ ਦਿੰਦੇ ਆ, ਅੰਦਰੋਂ ਮੈਂ ਮੇਰੀ ਦਾ ਤਿਆਗ ਕਰ ਦਿੰਦੇ ਆ, ਉਹਨਾਂ ਚਿਰ ਗੱਲ ਨਹੀਂ ਬਣਦੀ। ਹੁਣ ਵਿਚਾਰ ਕਰਨਾ, ਮਮਤਾ ਕੀ ਹੈ? ਮਮਤਾ ਛੱਡਣੀ ਨਹੀਂ ਹੈ, ਬਾਹਰੋਂ ਨਹੀਂ ਛੱਡਣੀ, ਬਾਹਰੋਂ ਮਮਤਾ ਰਹਿਣੀ ਰਹਿਣੀ ਹੈ। ਹੁਣ ਤੁਸੀਂ ਹਿਸਾਬ ਲਾਓ, ਇੱਕ ਮਾਂ ਆ, ਇੱਕ ਮਾਂ ਆ, ਮਾਂ ਦੇ ਅੰਦਰ ਮਮਤਾ, ਮਮਤਾ ਕਰਕੇ ਰੋਟੀ ਬਣਾਉਂਦੀ ਹੈ, ਮਮਤਾ ਕਰਕੇ ਉਹਦੇ ਥਣਾ ਦੁੱਧ ਆਉਂਦਾ, ਛੱਡ ਕਿੱਦਾਂ ਦਊਗੀ? ਬੱਚੇ ਨੂੰ ਦੁੱਧ ਚੰਗਾਊਗੀ, ਖਾਣਾ ਬਣਾਊਗੀ, ਸਾਰਾ ਕੁਝ ਕਰੂਗੀ, ਬੱਚਾ ਭੱਜਾ ਆਊਗਾ, ਉਹਨੂੰ ਲੈਣ ਜਾਊਗੀ ਧੁੱਪੇ ਛਾਵੇਂ। ਛੱਡਿਆ ਤੇ ਕੁਝ ਵੀ ਨਹੀਂ। ਪਰ ਸਦਕੇ ਜਾਵਾਂ, ਅੱਗੇ ਨਾ ਬੱਚੇ 'ਚ ਖੁਬੀ ਰਹਿੰਦੀ ਸੀ, ਰਾਤ ਦਿਨ ਬੱਚੇ 'ਚ ਖੁਬੀ ਰਹਿੰਦੀ ਸੀਗੀ। ਜੇ ਕਿਸੇ ਨੇ ਕਹਿਣਾ ਵੀ ਭੈਣ ਜੀ ਸਿਮਰਨ ਕਰਿਆ ਕਰੋ, ਕੀ ਕਹਿੰਦੀ? ਸਿਮਰਨ ਕਿੱਥੇ ਕਰਨ ਦਿੰਦੇ ਨਿਆਣੇ, ਕਿੱਥੇ ਗੁਰੂ ਘਰ ਆਇਆ ਜਾਂਦਾ? ਨਿਆਣੇ ਨੇ, ਸਾਰਾ ਦਿਨ ਨਿਆਣੇ ਸਾਹਮਣੇ ਮਰ ਜਾਂਦੀ ਹੈ, ਰੋਟੀ ਪਕਾਉਣੀ ਆ, ਦੁੱਧ ਚੰਗਾਉਣਾ, ਉਹਨਾਂ ਨੂੰ ਤਿਆਰ ਕਰਨਾ, ਸਕੂਲੇ ਭੇਜਣਾ, ਸ਼ਾਮੀ ਆ ਗਈ ਇਹ ਉਹ, ਪਤਾ ਨਹੀਂ ਕੀ ਸਿਖਾਉਂਦੀ, ਦੱਸਦੀ ਰਹੀ। ਮੈਂ ਤਾਂ ਖੁਬੀ ਰਹੀ ਨਹੀਂ ਬੱਚਿਆਂ 'ਚ। ਹੁਣ ਧਿਆਨ ਦਿਓ, ਅੱਗੇ ਮਮਤਾ ਅੰਦਰੋਂ ਵੀ ਸੀ ਤੇ ਬਾਹਰੋਂ ਵੀ ਸੀ, ਬਾਹਰ ਦਾ ਕੰਮ ਛੱਡਿਆ ਨਹੀਂ, ਹੁਣ ਅੰਦਰੋਂ ਤਿਆਗ ਕਰਤਾ ਹੈ। ਕੀ ਕਹਿੰਦੀ ਹੈ? ਕਹਿੰਦੀ ਬੱਚਿਆ ਤੁਹਾਨੂੰ ਦੁੱਧ ਚੰਗਾਤਾ, ਤੁਹਾਨੂੰ ਰੋਟੀ ਖਵਾਤੀ, ਪਰ ਮੇਰਾ ਤੇ ਮਨ ਭੁੱਖਾ ਹੀ ਹੈ, ਮੇਰਾ ਤੇ ਮਨ ਭੁੱਖਾ ਹੀ ਹੈ। ਹੁਣ ਕਿਹੜੀ ਮਾਂ ਆ ਜਿਹੜੀ ਬੱਚੇ ਰੋਟੀ ਖਵਾਉਂਦੀ, ਦੁੱਧ ਚੰਗਾਉਂਦੀ, ਆਪ ਨਹੀਂ ਕੁਝ ਖਾਂਦੀ? ਖਾਂਦੀ ਹੈ ਨਾ। ਤੇ ਗੁਰੂ ਸਾਹਿਬਾਨ ਕਹਿੰਦੇ ਤਨ ਤੋਂ ਦੁੱਧ ਚੰਗਾਉਂਦੀ ਰਹੀ, ਤਨ ਤੋਂ ਸੇਵਾ ਕਰਦੀ ਰਹੀ, ਤਨ ਤੋਂ ਸਭ ਕੁਝ ਕਰਦੀ ਰਹੀ, ਮਨ ਤੇ ਭੁੱਖਾ ਰਿਹਾ। ਕਹਿੰਦੇ ਹੁਣ ਸੋਝੀ ਆ ਗਈ, ਹੁਣ ਮਨ ਤੋਂ ਮਮਤਾ ਘਟ ਗਈ ਹੈ, ਤਨ ਤੋਂ ਮਮਤਾ ਨਹੀਂ ਘਟੀ, ਤਨ ਤੋਂ ਦੁੱਧ ਚੰਗਾਉਂਦੀ ਹੈ, ਤਨ ਤੋਂ ਸਭ ਕੁਝ ਕਰਦੀ, ਸੇਵਾ ਕਰਦੀ ਹੈ, ਮਨ ਤੋਂ ਮਮਤਾ ਘਟ ਗਈ ਹੈ। ਹੁਣ ਮਨ ਤੋਂ ਗੁਰੂ ਦੇ ਚਰਨ ਨਾਲ ਜੁੜ ਗਈ ਹੈ। ਦੁੱਧ ਚੰਗਾਉਂਦੀ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਕੰਮ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਸਾਰਾ ਕੁਝ ਕਰਦਿਆਂ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖਦੀ ਹੈ। ਹੁਣ ਧਿਆਨ ਦੇਣਾ ਜਰਾ ਆਪ ਜੀ, ਹੋਇਆ ਕੀ? ਭਗਤ ਕਬੀਰ ਸਾਹਿਬਾਨ ਦੱਸਦੇ, ਭਗਤ ਕਬੀਰ ਸਾਹਿਬਾਨ ਦੱਸਦੇ, ਕਹਿੰਦੇ ਵੀ ਦੇਖਿਓ ਕਦੇ ਝਾਤੀ ਮਾਰਿਓ, ਭਗਤ ਨਾਮਦੇਵ ਜੀ ਹੋਏ। ਭਗਤ ਨਾਮਦੇਵ ਜੀ ਦਾ ਮਿੱਤਰ ਸੀ ਤਰਲੋਚਨ, ਭਗਤ ਨਾਮਦੇਵ ਦਾ ਮਿੱਤਰ ਸੀ ਤਰਲੋਚਨ। ਤਰਲੋਚਨ ਭਗਤ ਨਾਮਦੇਵ ਦੇ ਨਾਲ ਰਹਿੰਦਾ ਹੁੰਦਾ ਸੀ, ਸਮਕਾਲੀ ਨੇ। ਤੇ ਭਗਤ ਨਾਮਦੇਵ ਜੀ ਜਿਹੜੇ ਸੀ ਨਾ, ਉਹ ਕੱਪੜਾ ਸਿਉਂਦੇ, ਕੱਪੜਾ ਰੰਗਦੇ, ਧੋਬੀ ਕੱਪੜੇ ਧੋਂਦੇ, ਆਪਣਾ ਕੰਮ ਕਾਰ ਕਰਦੇ, ਧੰਦਾ ਕਰਦੇ। ਤੇ ਭਗਤ ਤਰਲੋਚਨ ਸੀ ਨਾ ਜਿਹੜਾ, ਹੁਣ ਦੇਖੋ ਜਿੱਦਾਂ ਦੀ ਤੁਹਾਡੇ ਅੰਦਰ ਦੀ ਬਿਰਤੀ ਹੈ, ਉੱਦਾਂ ਦੀ ਤੁਸੀਂ ਕਿਸੇ ਬਾਰੇ ਕੋਈ ਦੱਸ ਸਕਦੇ ਹੋ। ਤੁਸੀਂ ਕਿਸੇ ਦਾ ਵਿਖਿਆਨ ਕਰਨਾ, ਕਿਸੇ ਦੀ ਪ੍ਰਸ਼ੰਸਾ ਕਰਨੀ, ਜਿੱਦਾਂ ਤੁਹਾਡੇ ਮਨ 'ਚ ਵਿਚਾਰ ਹੈ ਉੱਦਾਂ ਦੇ ਕਰੋਗੇ। ਕਹਿੰਦੇ ਕਿਵੇਂ? ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਤੁਹਾਡੀ ਸੋਚ ਆ, ਇੱਕ ਸਾਧੂ ਦੀ ਸੋਚ ਆ, ਇੱਕ ਆਮ ਮਨੁੱਖ ਦੀ ਸੋਚ ਆ। ਠੀਕ, ਸਾਧੂ ਦੀ ਸੋਚ ਕਿੱਦਾਂ ਦੀ ਹੈ? ਕੋਈ ਤੁਰਿਆ ਜਾ ਰਿਹਾ ਹੈ, ਠੀਕ ਹੈ, ਤੇ ਕਿਸੇ ਨੇ ਕਿਹਾ, ਉਹਨੇ ਵੇਖਿਆ ਹੀ ਨਹੀਂ ਵੀ ਉਹ ਭੈਣ ਭਰਾ ਤੁਰੇ ਜਾਣਦੇ ਨੇ, ਮੀਆਂ ਬੀਬੀ ਤੁਰੇ ਜਾਣਦੇ ਨੇ, ਮਾਂ ਪੁੱਤ ਤੁਰੇ ਜਾਣਦੇ ਨੇ, ਕੌਣ ਤੁਰੇ ਜਾਣਦੇ? ਕਹਿੰਦਾ ਜਾਣਦੇ। ਉਹਦੀ ਸੋਚ ਆ, ਕੀ ਕਹਿੰਦਾ? ਕਹਿੰਦਾ ਬਹੁਤ ਅੱਛਾ, ਮਾਲਕ ਚੜ੍ਹਦੀਆਂ ਗੱਲਾਂ ਕਰੇ। ਉਹਨੇ ਇਹਦੇ ਕੋਈ ਮਨ 'ਚ ਵਿਚਾਰ ਨਹੀਂ ਲੈਂਦਾ। ਪਰ ਇੱਕ ਆਮ ਆਦਮੀ ਦੇ ਮਨ 'ਚ ਵਿਚਾਰ ਕੀ ਹੈ? ਸਕੇ ਭੈਣ ਭਰਾ ਤੁਰੇ ਜਾਣ ਰਹੇ ਆ, ਮਨ ਦੀ ਬਿਰਤੀ ਹੈ। ਕਹਿੰਦਾ ਦੇਖ ਜੋੜੀ ਕਿੱਡੀ ਸੋਹਣੀ ਤੁਰੀ ਜਾਂਦੀ ਹੈ। ਠੀਕ, ਕਹਿੰਦਾ ਭਾਵ ਕੀ? ਮਨ ਦੇ ਵਿਚਾਰ ਨੇ। ਹੁਣ ਇਹਨੇ ਮੀਆਂ ਬੀਬੀ ਸਮਝਿਆ, ਤੇ ਸਾਧੂ ਨੇ ਕੀ ਕਿਹਾ? ਜੋ ਰੱਬ ਦਾ ਰੰਗ ਹੈ ਜਾਣਦੇ ਬਈ, ਫਰਕ ਹੈ ਨਾ ਦੋਵਾਂ 'ਚ। ਹੁਣ ਇੱਦਾਂ ਹੀ ਦੇਖਿਓ, ਭਗਤ ਨਾਮਦੇਵ ਜੀ ਰੰਗੇ ਹੋਏ, ਤੇ ਰੰਗੇ ਹੋਏ ਕੀ ਕਰਦੇ ਆ? ਕੱਪੜੇ ਧੋਂਦੇ ਆ, ਕੱਪੜੇ ਸੀਂਦੇ ਆ, ਕੱਪੜੇ ਰੰਗਦੇ ਆ, ਧੋਬੀ ਆ। ਤੇ ਜਿਹੜਾ ਤਰਲੋਚਨ ਹੈ, ਅੰਦਰ ਬਿਰਤੀ ਬਣੀ ਨਹੀਂ ਅਜੇ, ਅੰਦਰ ਬਿਰਤੀ ਬਣੀ ਨਹੀਂ ਅਜੇ। ਆਪਣੀ ਸੋਚ ਦੇ ਮੁਤਾਬਕ ਨਾਮਦੇਵ ਨੂੰ ਦੇਖਦੇ ਆ, ਤੇ ਨਾਮਦੇਵ ਵਾਸਤੇ ਕੀ ਕਹਿੰਦੇ ਆ? ਕਹਿੰਦੇ ਨਾਮਾ ਮਾਇਆ ਮੋਇਆ, ਕਹੇ ਤਰਲੋਚਨ ਮੀਤ। ਭਗਤ ਕਬੀਰ ਸਾਹਿਬ ਲਿਖਦੇ ਆਪਣੀ ਭਾਸ਼ਾ 'ਚ, ਕਹਿੰਦੇ ਵੀ ਜਿਹੜਾ ਸੀ ਨਾ ਭਗਤ ਤਰਲੋਚਨ, ਉਹ ਭਗਤ ਨਾਮਦੇਵ ਬਾਰੇ ਕਹਿੰਦਾ ਇਹ ਤੇ ਮਾਇਆ ਵਿੱਚ ਮੋਇਆ ਹੈ, ਇਹ ਤੇ ਮਾਇਆ 'ਚ ਮੋਇਆ। ਰਾਤ ਦਿਨ ਤੇ ਕੱਪੜੇ ਧੋਂਦਾ ਰਹਿੰਦਾ, ਰਾਤ ਦਿਨ ਤੇ ਕੱਪੜੇ ਰੰਗਦਾ ਰਹਿੰਦਾ। ਕਾਹੇ ਛਿਪੋ ਸ਼ਾਇਲਾ ਰਾਮ ਨਾ ਲਾਵੇ ਚੀਤ। ਕਹਿੰਦਾ ਕਿੱਥੇ ਇਹਨਾਂ ਰੰਗਾਂ 'ਚ ਹੀ ਫਸਿਆ ਰਹਿੰਦਾ, ਘੜੀ ਕਿਤੇ ਰੱਬ ਰੱਬ ਤੇ ਕਰਦਾ ਨਹੀਂ ਹੈ, ਨਾਮ ਸਿਮਰਨ ਦਾ ਕਰਦਾ ਨਹੀਂ, ਘੜੀ ਰੱਬ ਵੱਲ ਤੇ ਧਿਆਨ ਲਾਉਂਦਾ ਨਹੀਂ। ਭਗਤ ਤਰਲੋਚਨ ਜੀ ਕਹਿ ਰਹੇ ਭਗਤ ਨਾਮ ਦੇ ਬਦਲੇ। ਬੜਾ ਹੈਰਾਨ ਕਬੀਰ ਸਾਹਿਬ ਕਹਿੰਦੇ ਦੇਖੋ ਇਹਨਾਂ ਦਾ ਹਾਲ ਵੀ ਭਗਤ ਨਾਮਦੇਵ ਜੀ ਕਿੱਥੇ ਪਹੁੰਚੇ, ਤੇ ਭਗਤ ਤਰਲੋਚਨ ਜੀ ਉਹਨਾਂ ਦੀ ਨਿੰਦਿਆ ਕਰਨ ਰਹੇ। ਕਹਿੰਦੇ ਕੱਪੜਿਆਂ 'ਚ ਹੀ ਮੋਹਿਆ ਰਹਿੰਦਾ, ਰੰਗ 'ਚ ਹੀ ਰੰਗਿਆ ਰਹਿੰਦਾ ਸੰਸਾਰ ਦੇ, ਇਹਨੂੰ ਕਹਿ ਕੇ ਤੇ ਨਾਮ ਸਿਮਰਨ ਵੀ ਕਰ ਲਿਆ ਕਰ। ਆਪਾਂ ਵੀ ਇੱਦਾਂ ਹੀ ਕਹਿੰਦੇ, ਕੋਈ ਬੰਦਾ ਕੰਮ ਕਰਨ ਰਿਹਾ ਹੋਵੇ,
ਤਾਂ ਆਪਾਂ ਕੀ ਕਹਾਂ, ਲੈ ਇਹ ਤਾਂ ਰਾਤ ਦਿਨ ਕੰਮਾਂ 'ਚ ਹੀ ਫਸਿਆ ਰਹਿੰਦਾ। ਸੱਚ ਜੇ ਕੋਈ ਬੰਦਾ ਕਿਰਤ ਕਰਦਾ ਹੋਵੇ ਤਾਂ ਆਪਾਂ ਕੀ ਕਹਿਣਾ, ਉਹ ਇਹਨੂੰ ਰੱਬ ਕਿੱਥੋਂ ਚੇਤੇ ਆ ਜੂ, ਇਹ ਤਾਂ ਆਪਣੇ ਕੰਮ ਧੰਦੇ ਖਤਮ ਨਹੀਂ ਹੁੰਦੇ, ਇਹ ਰੱਬ ਲੱਭਣ ਰਿਹਾ, ਇਹਨੂੰ ਰੱਬ ਲੱਭਾਊ ਕੋਲ ਕਿਤੇ। ਸੱਚ ਜੇ ਅਸੀਂ ਗੱਲਾਂ ਵਿਚਾਰ ਨਹੀਂ ਕਰਦੇ। ਫਿਰ ਕੀ ਕਹਿਣ ਲੱਗੇ, ਕਹਿੰਦੇ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ। ਕਹਿੰਦੇ ਇੱਕ ਦਿਨ ਕੀ ਹੋਇਆ, ਭਗਤ ਨਾਮਦੇਵ ਜੀ ਕਹਿੰਦੇ ਤਲੋਚਨ ਨੂੰ, ਕਹਿੰਦੇ ਤਲੋਚਨ ਇੱਧਰ ਆ। ਕਹਿੰਦਾ ਹਾਂ ਜੀ। ਕਹਿੰਦਾ ਮੇਰੀ ਗੱਲ ਸੁਣ। ਕਹਿੰਦਾ ਕੀ? ਕਹਿੰਦਾ ਵੀ ਤੂੰ ਮੇਰੇ ਬਾਰੇ ਤਾਂ ਕਹਿਣ ਰਿਹਾ, ਮੇਰੇ ਬਾਰੇ ਤੂੰ ਚਰਚਾ ਕਰਦਾ ਹੈ, ਲੋਕਾਂ ਨੂੰ ਦੱਸਦਾ ਫਿਰਦਾ ਵੀ ਨਾਮੇ ਨੂੰ ਕੀ ਲੱਭਣਾ, 24 ਘੰਟੇ ਦੇ ਕੰਮ ਧੰਦੇ 'ਚ ਫਸਿਆ ਰਹਿੰਦਾ, ਰੱਬ ਲੱਭ ਲੂ। ਕਹਿੰਦੇ ਹਾਂਜੀ, ਤੇ ਮੈਂ ਸਹੀ ਕਹਿੰਦਾ? ਭਗਤ ਤਲੋਚਨ ਜੀ ਕਹਿੰਦੇ ਮੈਂ ਸਹੀ ਕਹਿੰਦਾ, ਤੇਰਾ ਤੇ ਹਾਲ ਹੀ ਇਹੀ ਹੈ, ਸਾਰਾ ਦਿਨ ਕੱਪੜੇ ਧੋਂਦਾ ਮਰ ਜਾਂਦਾ। ਹੁਣ ਭਗਤ ਨਾਮਦੇਵ ਜੀ ਤਲੋਚਨ ਨੂੰ ਕਹਿੰਦੇ ਨੇ ਨਾਮਾ ਕਹਿ ਤਲੋਚਨਾ। ਭਗਤ ਨਾਮਦੇਵ ਤਲੋਚਨ ਨੂੰ ਕਹਿੰਦੇ ਮੁਖ ਤੇ ਰਾਮ ਸੰਭਾਲ। ਮੁਖ ਤੇ ਕਿਸੇ ਵੇਲੇ ਮੂੰਹ ਵੀ ਬਿਜੀ ਹੁੰਦਾ, ਕਿਸੇ ਵੇਲੇ ਮੂੰਹ ਵੀ ਬਿਜੀ ਹੁੰਦਾ, ਕੋਈ ਐਡੀ ਗੱਲ ਨਹੀਂ ਹੈਗੀ, ਠੀਕ ਹੈ ਨਹੀਂ। ਤੁਸੀਂ ਕੰਮ ਕਰ ਕਰਦੇ ਹੋ, ਤੁਸੀਂ ਮਾਂ ਕੰਮ ਕਰ ਕਰਦੀ ਹੈ, ਬੰਦਾ ਕੰਮ ਕਰ ਕਰਦਾ, ਮੂੰਹ ਨਾਲ ਬੋਲਣਾ ਪੈਂਦਾ, ਠੀਕ ਹੈ। ਇੱਥੇ ਮੁੱਖ ਕਿਹਨੂੰ ਗਿਆ, ਧਿਆਨ ਦਿਓ। ਗੁਰਬਾਣੀ ਗੁਰਮੁਖ ਕਹਿੰਦੀ ਹੈ, ਮਨਮੁਖ ਕਹਿੰਦੀ ਹੈ। ਗੁਰਮੁਖ ਜਿਹਦਾ ਧਿਆਨ ਗੁਰੂ ਦੇ ਚਰਨਾਂ ਨਾਲ ਲੱਗਾ ਗੁਰਮੁਖ ਆ, ਜਿਹਦਾ ਧਿਆਨ ਮਨ ਮਗਰ ਲੱਗਾ ਉਹ ਮਨਮੁਖ ਆ। ਇਹਦਾ ਮਤਲਬ ਧਿਆਨ ਨੂੰ ਮੁੱਖ ਕਹਿੰਦੇ ਆ, ਧਿਆਨ ਨੂੰ ਮੁੱਖ ਕਹਿੰਦੇ ਆ, ਤੁਹਾਡੀ ਸੁਰਤ ਨੂੰ ਮੁੱਖ ਗਿਆ ਇੱਥੇ। ਕਹਿੰਦੇ ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ। ਕਹਿੰਦੇ ਆਪਣੇ ਧਿਆਨ ਦੇ ਵਿੱਚ ਪਰਮਾਤਮਾ ਨੂੰ ਸੰਭਾਲ ਕੇ ਰੱਖ। ਕੋਈ ਜ਼ਰੂਰੀ ਨਹੀਂ ਹੈ ਕਿ ਤੂੰ ਚੌਂਕੜਾ ਮਾਰ ਕੇ ਤੇ ਰੌਲਾ ਪਾਵੇ, ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰੇ ਤਾਂ ਹੀ ਤੂੰ ਜੁੜਿਆ ਆ। ਕਹਿੰਦੇ ਨਹੀਂ, ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਇੱਦਾਂ ਕਰ, ਇਹਨਾਂ ਹੱਥਾਂ ਪੈਰਾਂ ਨਾਲ ਕੰਮ ਕਰ, ਸਾਰੇ ਸੰਸਾਰ ਦੇ ਉੱਤੇ ਆਇਆ, ਇਹਨਾਂ ਹੱਥਾਂ ਪੈਰਾਂ ਦੀ ਵਰਤੋਂ ਕਰ, ਸਰੀਰ ਤੇ ਜੋ ਕੰਮ ਮਿਲਦਾ ਕਰ, ਪਰ ਚੀਤ ਨਿਰੰਜਨ ਨਾਲ। ਕਹਿੰਦੇ ਆਪਣਾ ਅੰਦਰੋਂ ਹਿਰਦਾ ਉਸ ਪਰਮਾਤਮਾ ਨਾਲ ਜੋੜ ਕੇ ਰੱਖ। ਕਿੱਦਾਂ ਜੋੜ ਕੇ ਰੱਖ? ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਹੈ, ਜੋ ਪ੍ਰਾਣੀ ਮਮਤਾ ਤਜੇ। ਆ ਦੇਖੋ ਮਮਤਾ ਤਜੀ ਨਾ। ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਅੰਦਰੋਂ ਮਮਤਾ ਤਜੀ ਗਈ ਹੈ, ਖਤਮ ਹੋ ਗਈ ਹੈ। ਕਹਿੰਦਾ ਪਰ ਸੰਸਾਰ ਦੀ ਖਿੱਚ ਮੇਰੇ ਮਨ 'ਚ ਨਹੀਂ ਹੈ। ਜੇ ਮੈਂ ਕੱਪੜੇ ਧੋਂਦਾ ਪਿਆ, ਜੇ ਮੈਂ ਕੋਈ ਕੰਮ ਕਰਦਾ ਹਾਂ ਤੇ ਤਲੋਚਨਾ ਮੈਂ ਇਸ ਲਈ ਨਹੀਂ ਕਰਦਾ ਕਿ ਇਹਦੇ ਵਿੱਚ ਉਹਨੂੰ ਕੋਈ ਫਾਇਦਾ ਹੋਵੇ। ਕਹਿੰਦੇ ਮੈਂ ਕੰਮ ਕਰਦਾ ਪਿਆ, ਮੇਰਾ ਕੰਮ ਹੈ ਕਰਨਾ, ਤੇਰਾ ਕੰਮ ਆ ਉਹ 'ਚ ਫਾਇਦਾ ਦੇਣਾ ਘਾਟਾ ਦੇਣਾ, ਤੇਰਾ ਕੰਮ ਹੈ, ਮੇਰਾ ਕੰਮ ਨਹੀਂ। ਅਸੀਂ ਤਾਂ ਫਸ ਗਏ, ਆਪਾਂ ਤਾਂ ਫਸ ਗਏ ਕਦੇ 'ਚ ਵੀ ਨਹੀਂ ਯਾਰ, ਸਾਰਾ ਦਿਨ ਮਰਦੇ ਰਹਿੰਦਾ ਤੇ ਫਾਇਦਾ ਨਹੀਂ ਹੋਇਆ। ਤੇ ਪਰਮਾਤਮਾ ਸ਼ਾਮੀ ਗੁਰੂ ਘਰ ਮੱਥਾ ਟੇਕਣ ਜਾਂਦੇ ਆ ਦੋ ਰੂਪ ਦੇ ਵਿੱਚ। ਜੇ ਘਾਟਾ ਪੈ ਜਾਵੇ ਤੇ ਰੋਂਦੇ ਗੁਰੂ ਘਰ ਜਾਈਦਾ ਹੈ। ਜੇ ਕੋਈ ਘਾਟਾ ਪੈ ਜਾਏ ਨਾ ਕਿਸੇ ਚੀਜ਼ ਦੇ ਵਿੱਚ, ਤਾਂ ਬੂਥੀ ਬਣਾ ਕੇ ਗੁਰੂ ਘਰ ਆਈਦਾ। ਦੋ ਜਣੇ ਪਹਿਲਾਂ ਪਛਾਣ ਲੈਂਦੇ, ਭਾਜੀ ਕੀ ਗੱਲ ਹੋ ਗਈ, ਬੜੇ ਉਦਾਸ ਜਿਹੇ ਅੱਜ? ਕੁਛ ਨਹੀਂ ਯਾਰ, ਉਹ ਫਲਾਣੀ ਚੀਜ਼ ਲਈ ਸੀਗੀ ਵੇਚੀ ਤੇ ਘਾਟਾ ਬੜਾ ਪਿਆ ਹੈ, ਫਲਾਣੀ ਚੀਜ਼ ਰੁੜ ਗਈ, ਉਹ ਕੱਲ ਮੀਂਹ ਆਇਆ ਤੇ ਕਣਕ ਭਿੱਜ ਗਈ, ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਕੀ ਕਰੀਏ ਯਾਰ। ਫਿਰ ਕਿੱਧਰ ਆਏ? ਉਹ ਮੈਂ ਕਿਹਾ ਫਿਰ ਮੱਥਾ ਟੇਕ ਆਈਏ, ਰੋਜ਼ ਦੀ ਰੂਟੀਨ ਬਣੀ ਹੈ। ਚਲੋ ਆਇਆ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਰੋਜ਼ ਮੱਥਾ ਟੇਕਣ ਆਉਂਦੇ ਆ, ਰੋਜ਼ ਪਾਠ ਕਰਦੇ ਆ, ਫਿਰ ਵੀ ਕਣਕ ਭਿੱਜ ਗਈ। ਦੱਸੋ ਬਈ ਲੱਭ ਜੂ ਕੁਝ? ਠੀਕ ਹੈ। ਤੇ ਰੱਬ ਦੇ ਪਿਆਰੇ ਕੀ ਕਹਿੰਦੇ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ। ਬਾਹਰ ਕਣਕ ਪਈ ਹੈ, ਘਰ ਦੇ ਕਹਿੰਦੇ ਕਿੱਥੇ ਚੱਲੇ ਹੋ? ਕਹਿੰਦਾ ਗੁਰਦੁਆਰੇ। ਕਹਿੰਦੇ ਉਧਰੋਂ ਬੱਦਲ ਬਣਦੇ ਨੇ, ਕਿਤੇ ਮੀਂਹ ਪੈ ਗਿਆ ਤੇ ਫਿਰ ਤਾਂ ਹੱਥ ਕੇ ਕਹਿੰਦਾ ਜੇ ਮੈਂ ਇੱਥੇ ਵੀ ਰਹਿ ਗਿਆ ਤਾਂ ਵੀ ਪੈ ਗਿਆ ਤੇ ਫਿਰ ਮੈਂ ਗੁਰੂ ਘਰ ਜਾਵਾਂ, ਆਪੇ ਕਿਰਪਾ ਕਰੂ। ਗੁਰੂ ਪਿਆਰਿਓ ਗੁਰੂ ਘਰ ਆ ਗਿਆ, ਆ ਕੇ ਸੇਵਾ ਕੀਤੀ, ਭੁੱਲ ਗਿਆ ਵੀ ਕਣਕ ਬਾਹਰ ਪਈ ਹੈ ਤੇ ਬੱਦਲ ਹੋ ਗਿਆ, ਲਾਗੇ ਲਾਗੇ ਸਾਰੇ ਮੀਂਹ ਪਿਆ ਪਰ ਉਹਦੀ ਕਣਕ ਤੇ ਮੀਂਹ ਨਹੀਂ ਪਿਆ। ਕਿਹੜੀ ਗੱਲੋਂ? ਕਿਉਂਕਿ ਪਰਮਾਤਮਾ ਦੇਖਦਾ ਹੈ। ਜੋ ਸ਼ਕਤੀ ਪਰਮਾਤਮਾ ਕੋਲ ਹੈ, ਮਰਜ਼ੀ ਹੈ, ਜਿੱਥੇ ਮਰਜ਼ੀ ਮੀਂਹ ਪਵਾ ਦੇ, ਜਿੱਥੇ ਮਰਜ਼ੀ ਰੱਖਿਆ ਕਰ ਲਵੇ। ਇਹ ਸਿਰਫ ਸਾਨੂੰ ਭੁਲੇਖੇ ਆ। ਗੁਰੂ ਸਾਹਿਬਾਨ ਕੀ ਕਹਿਣ ਲੱਗੇ? ਭਗਤ ਫਰੀਦ ਸਾਹਿਬਾਨ ਦਿਖਦੇ, ਕਹਿੰਦੇ ਮਮਤਾ। ਮਮਤਾ ਦੂਜਾ ਰੂਪ ਕੀ, ਕਿੱਥੋਂ ਪੈਦਾ ਹੁੰਦੀ ਹੈ? ਮਮਤਾ ਛੱਡੀ ਕਿੱਥੋਂ ਜਾਂਦੀ ਹੈ? ਤਿਆਗੀ ਕਿੱਥੋਂ ਜਾਂਦੀ ਹੈ? ਕਹਿੰਦੇ ਸਭ ਤੋਂ ਪਹਿਲਾਂ ਭਗਤ ਫਰੀਦ ਸਾਹਿਬਾਨ ਇਹਦਾ ਵਿਖਿਆਨ ਕਰਨ ਲੱਗੇ ਮਮਤਾ ਦਾ। ਕੀ ਕਹਿਣ ਲੱਗੇ? ਕਹਿੰਦੇ ਸਬਰ ਇਹੋ ਸੁਭਾਓ ਜੇ ਤੂੰ ਬੰਦਾ ਦ੍ਰਿੜ ਕਰੇ। ਸਬਰ ਇਹੋ ਸੁਭਾਓ ਜੇ ਤੂੰ ਬੰਦਾ ਦ੍ਰਿੜ ਕਰੇ। ਧਿਆਨ ਨਾਲ ਸੁਣਿਓ, ਸਬਰ। ਸਬਰ ਕੀ ਹੈ? ਸੰਤੋਖ।
ਸਬਰ ਇਹੋ ਸੁਆਓ। ਸੁਆਓ ਕੀ ਹੈ? ਜ਼ਿੰਦਗੀ ਦਾ ਨਿਸ਼ਾਨਾ, ਪ੍ਰਯੋਜਨ, ਏਮ। ਕਹਿੰਦਾ ਮੰਨਾ ਗੱਲ ਸੁਣ ਲਾ, ਤੇਰੀ ਜ਼ਿੰਦਗੀ ਦਾ ਏਮ ਹੋਣਾ ਚਾਹੀਦਾ, ਤੇਰੀ ਜ਼ਿੰਦਗੀ ਦਾ ਨਿਸ਼ਾਨਾ ਹੋਣਾ ਚਾਹੀਦਾ। ਕਹਿੰਦਾ ਕਿਹੜਾ? ਸਬਰ ਇਹੋ ਸੁਆਓ। ਕਹਿੰਦਾ ਸਬਰ ਹੀ ਜ਼ਿੰਦਗੀ ਦਾ ਨਿਸ਼ਾਨਾ ਹੀ। ਜੇ ਮਨ 'ਚ ਸਬਰ ਆ ਜਾਵੇ, ਉਹਦਾ ਭਾਣਾ ਆ ਜਾਵੇ, ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਪਰਮਾਤਮਾ ਕਰਦਾ ਮੇਰੇ ਲਈ ਚੰਗਾ ਹੈ। ਜਿੱਦਣ ਮਨ ਦੀ ਬਿਰਤੀ ਇੱਥੇ ਟਿਕ ਜਾਊਗੀ, ਸਬਰ ਇਹੋ ਸੁਆਓ। ਜੇ ਤੂੰ ਬੰਦਾ, ਜੇ ਤੂੰ ਬੰਦਾ, ਹੁਣ ਧਿਆਨ ਦਿਓ, ਗੁਰੂ ਜੀ ਕਹਿਣ ਲੱਗੇ ਜੇ ਤੂੰ ਆਪਣੀ ਬਿਰਤੀ ਨੂੰ ਬੰਨ ਲਵੇਂ, ਦ੍ਰਿੜ ਕਰੇ, ਪੱਕਾ ਕਰ ਲਵੇਂ ਕੀ ਕਿ ਮੇਰੇ 'ਚ ਸਬਰ ਆ, ਜੋ ਪਰਮਾਤਮਾ ਕਰਦਾ ਕਰੇ, ਜਿੱਥੇ ਰੱਖਦਾ ਰੱਖੇ, ਸਬਰ ਟਿਕ ਜਾਵੇ। ਫਿਰ ਕੀ ਹੋਊ? ਕਹਿੰਦਾ ਵੱਧ ਥੀਵੇਂ ਦਰਿਆਓ, ਟੁੱਟ ਨਾ ਥੀਵੇਂ ਵਾੜਾ। ਹੁਣ ਧਿਆਨ ਦਿਓ, ਵੱਧ ਥੀਵੇਂ ਦਰਿਆਓ। ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦਾ ਜੇ ਤੇਰੇ ਮਨ ਵਿੱਚ ਸਬਰ ਟਿਕ ਜਾਵੇ, ਔਰ ਇਹ ਸਬਰ ਟਿਕਣ ਦੇ ਨਾਲ ਕੀ ਹੋਊਗਾ? ਤੂੰ ਦ੍ਰਿੜ ਕਰ ਲਵੇਂ ਵੀ ਜੋ ਪਰਮਾਤਮਾ ਮੇਰੇ ਨਾਲ ਕਰਦਾ ਬਹੁਤ ਵਧੀਆ, ਮੈਂ ਨਹੀਂ ਕੁਝ ਵੀ ਕਹਿਣਾ ਪਰਮਾਤਮਾ ਨੂੰ। ਠੀਕ ਆ, ਅਸੀਂ ਤਾਂ ਇਹੋ ਜਿਹੇ ਬੰਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ ਕਿਤੇ ਭੀਖ ਨਾ ਮੰਗਣੀ ਪਵੇ ਕਿਸੇ ਕੋਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ ਕਿਸੇ ਕੋਲ ਭੀਖ ਨਾ ਮੰਗਣੀ ਪਵੇ। ਕੀ ਲੋੜ ਸੀ ਆਪਾਂ ਨੂੰ ਕਹਿਣ ਦੀ? ਬਾਣੀ ਤੇ ਲਿਖਿਆ ਜੋ ਭੀਖ ਮੰਗਾਵੇ ਤੋ ਕਿਆ ਘਟ ਜਾਏ। ਕਹਿੰਦਾ ਪਰਮਾਤਮਾ ਤੂੰ ਜੋ ਕਰਾਉਣਾ ਕਰਾ, ਮੇਰਾ ਕੁਛ ਨਹੀਂ ਘਟਣ ਲੱਗਾ, ਮੈਨੂੰ ਕੋਈ ਟੈਨਸ਼ਨ ਨਹੀਂ, ਤੇਰੀ ਕਿਰਪਾ ਚਾਹੀਦੀ ਹੈ, ਤੇਰੇ ਦਰਸ਼ਨ ਕਰਨੇ ਨੇ, ਤੂੰ ਧਰਤੀ ਤੇ ਜਿੱਦਾਂ ਦਾ ਬਣਾਉਣਾ ਮੈਨੂੰ ਬਣਾ ਲਾ। ਆਪਾਂ ਕਦੀ ਮੰਨੇ? ਆਪਾਂ ਕਦੇ ਸਵੀਕਾਰ ਕੀਤਾ ਵੀ ਤੂੰ ਜਿੱਥੇ ਰੱਖਣਾ ਰੱਖ? ਨਹੀਂ ਮੰਨਦੇ। ਸੋ ਧਿਆਨ ਦਿਓ, ਕਹਿੰਦੇ ਵੱਧ ਥੀਵੇ ਦਰਿਆਓ। ਕਹਿੰਦਾ ਜੇ ਤੇਰੇ 'ਚ ਸਬਰ ਟਿਕ ਜਾਂਦਾ, ਮਮਤਾ ਤਿਆਗੀ ਜਾਂਦੀ ਹੈ, ਤੇ ਪਤਾ ਕਿਉਂ? ਗੁਰੂ ਸਾਹਿਬ ਕਹਿੰਦੇ ਵੱਧ ਥੀਵੇ ਦਰਿਆਓ। ਕਹਿੰਦਾ ਤੇਰੀ ਅੰਦਰ ਦੀ ਬਿਰਤੀ ਵੱਧ ਜਾਏਗੀ, ਦਰਿਆ ਵਰਗੀ ਬਣ ਜਾਏਗੀ। ਤੁਸੀਂ ਦੇਖਿਓ ਜਿਹੜਾ ਦਰਿਆ ਹੈ ਨਾ, ਦਰਿਆ 'ਚ ਪਾਣੀ ਕਿੰਨਾ ਹੁੰਦਾ, ਛੱਲਾ ਮਾਰਦਾ। ਦਰਿਆ ਤੇ ਛੱਪੜ 'ਚ ਫਰਕ ਬੜਾ। ਕੀ ਕਹਿਣ ਲੱਗੇ? ਵੱਧ ਥੀਵੇ ਦਰਿਆਓ, ਟੁੱਟ ਨਾ ਥੀਵੇ ਵਾੜਾ। ਵਾੜਾ ਪਤਾ ਕਿਹਨੂੰ ਕਹਿੰਦੇ? ਜੇ ਦਰਿਆ ਦਾ ਪਾਣੀ ਵਗਦਾ ਹੋਵੇ ਤੇ ਵਿੱਚੋਂ ਕੁਝ ਪਾਣੀ ਟੁੱਟ ਜਾਏ, ਵਿੱਚੋਂ ਕੁਝ ਪਾਣੀ ਟੁੱਟ ਜਾਏ, ਲੇਕਿਨ ਲੀਕ ਹੋ ਜਾਵੇ ਤੇ ਗੁਰੂ ਪਿਆਰਿਓ ਬਾਹਰ ਕਿਸੇ ਟੋਏ ਟਿੱਬੇ 'ਚ ਪੈ ਜਾਵੇ ਪਾਣੀ। ਵਾੜਾ ਕਹਿੰਦੇ ਛੱਪੜ ਨੂੰ, ਵਾੜਾ ਕਹਿੰਦੇ ਟੋਏ ਟਿੱਬੇ ਨੂੰ। ਪਾਣੀ ਦਰਿਆ ਦਾ ਟੁੱਟ ਜਾਵੇ ਤੇ ਟੋਏ ਟਿੱਬੇ 'ਚ ਪੈ ਜਾਵੇ, ਉਹ ਟੋਏ ਟਿੱਬੇ 'ਚ ਹੀ ਪਿਆ ਰਹਿੰਦਾ, ਉਹਦਾ ਜੀਵਨ ਖਤਮ ਹੋ ਜਾਂਦਾ, ਉਹ ਗਾਹ ਨਹੀਂ ਕਿਤੇ ਵੀ ਜਾਂਦਾ, ਉਹ ਟੋਏ 'ਚ ਹੀ ਪਿਆ ਰਹਿੰਦਾ। ਤੇ ਸਮਾਂ ਆਉਂਦਾ ਉਸ ਪਾਣੀ 'ਚੋਂ ਬੋ ਆਉਣ ਲੱਗ ਪੈਂਦੀ, ਉਸ ਪਾਣੀ 'ਚੋਂ ਬੋ ਆਉਣ ਲੱਗ ਪੈਂਦੀ ਹੈ। ਪਰ ਧਿਆਨ ਦਈਏ, ਜਿਹੜਾ ਪਾਣੀ ਵਹਿੰਦਾ ਜਾਂਦਾ ਹੈ, ਜਿਹੜਾ ਪਾਣੀ ਵਹਿੰਦਾ ਜਾਂਦਾ ਹੈ, ਉਹ ਵਹਿੰਦਾ 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 ਭਾਵੇਂ ਰਸਤੇ ਲੀਕ ਕਰਦਾ ਕਰਦਾ ਥੋੜ੍ਹਾ ਬਹੁਤਾ ਦਰਿਆ ਜਾ ਕੇ ਸਮੁੰਦਰ 'ਚ ਮਿਲ ਜਾਂਦਾ। ਅਤੇ ਜਦੋਂ ਉਹ ਸਮੁੰਦਰ ਵਿੱਚ ਮਿਲਦਾ ਹੈ, ਉਹਨੂੰ ਦਰਿਆ ਕੋਈ ਨਹੀਂ ਕਹਿੰਦਾ। ਜਿੱਦਾਂ ਹੀ ਸਮੁੰਦਰ ਸਰੋਵਰ ਦਾ ਪਾਣੀ, ਦਰਿਆ ਦਾ ਪਾਣੀ ਸਮੁੰਦਰ 'ਚ ਜਾ ਕੇ ਡਿੱਗਾ ਤੇ ਲੋਕਾਂ ਨੇ ਕੀ ਕੀਤਾ? ਸਮੁੰਦਰ ਸਮੁੰਦਰ ਦਰਿਆ ਭੁੱਲ ਗਏ। ਗੁਰੂ ਸਾਹਿਬਾਨ ਕਹਿੰਦਾ ਜੇ ਤੇਰੇ 'ਚ ਸਬਰ ਆ ਜਾਵੇ, ਜੇ ਤੇਰੇ 'ਚ ਸੰਤੋਖ ਆ ਜਾਵੇ, ਜੇ ਤੇਰੇ ਅੰਦਰ ਕਿਤੇ ਇਹ ਬਿਰਤੀ ਬਣ ਜਾਵੇ, ਤੂੰ ਮਮਤਾ ਦਾ ਤਿਆਗ ਕਰ ਦੇਵੇਂ। ਕਹਿੰਦਾ ਫਿਰ ਕਿਉਂ? ਕਹਿੰਦਾ ਫਿਰ ਤੇਰੀ ਬਿਰਤੀ ਦਰਿਆ ਵਰਗੀ ਬਣ ਜਾਊਗੀ, ਗਾਂ ਵੱਧਦੀ 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 ਜਾਊਗੀ, ਫਿਰ ਕਦੀ ਟੁੱਟੇਗਾ ਨਹੀਂ। ਕਹਿੰਦਾ ਆਪਾਂ ਤੇਰੀ ਸੁਰਤ ਕਦੀ ਕਿਸੇ ਟੋਏ ਟਿੱਬੇ 'ਚ ਪੈ ਕੇ ਉਸ ਗੰਦੇ ਪਾਣੀ ਵਰਗੀ ਬੋ ਨਹੀਂ ਮਾਰੂਗੀ, ਫਿਰ ਤੂੰ ਗਾਂ ਵੱਧਦਾ ਜਾਏਗਾ। ਜਿੱਦਾਂ ਦਰਿਆ ਦਾ ਪਾਣੀ ਸਮੁੰਦਰ 'ਚ ਜਾ ਕੇ ਮਿਲ ਗਿਆ, ਆਂਦਾ ਇੱਦਾਂ ਤੇਰੀ ਸੁਰਤ ਵੱਧਦੀ 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 ਇੱਕ ਦਿਨ ਪਰਮਾਤਮਾ ਜਾ ਕੇ ਮਿਲ ਜਾਊਗੀ। ਸਿਰਫ ਵਿਚਾਰ ਕਰਕੇ ਦੇਖਿਓ, ਅਸੀਂ ਵਿਚਾਰ ਨਹੀਂ ਕੀਤਾ, ਸਾਨੂੰ ਲੋੜ ਨਹੀਂ ਪਈ। ਠੀਕ, ਹੁਣ ਗੁਰੂ ਸਾਹਿਬਾਨ ਕੀ ਕਹਿਣ ਲੱਗੇ? ਕਹਿਣ ਲੱਗੇ ਵੀ ਇੱਦਾਂ ਕਰ, ਵੱਧ ਥੀਵੇ ਦਰਿਆਓ, ਟੁੱਟ ਨਾ ਥੀਵੇ ਵਾੜਾ। ਭਗਤ ਫਰੀਦ ਸਾਹਿਬਾਨ ਕਹਿੰਦੇ ਜੇ ਸਬਰ ਟਿਕ ਜਾਏ ਨਾ ਤੇਰੇ ਅੰਦਰ, ਤੇਰੇ 'ਚ ਵਾਧਾ ਹੋਊਗਾ, ਗਾਂ ਵੱਧਦਾ ਜਾਏਗਾ, ਤੇਰੀ ਸੁਰਤ ਗਾਂ ਵੱਧਦੀ ਜਾਊਗੀ ਪਰਮਾਤਮਾ ਵਾਲੇ ਪਾਸੇ। ਕਦੀ ਦੁਬਾਰਾ ਤੇਰੀ ਸੁਰਤ ਟੁੱਟ ਕੇ ਖੱਡੇ 'ਚ ਨਹੀਂ ਜਾਊਗੀ। ਕਹਿੰਦਾ ਪਾ ਛੱਪੜ ਦੀ ਨਹੀਂ ਤੇਰਾ ਪਾਣੀ, ਤੇਰਾ ਵਹਿਣ, ਤੇਰੀ ਸੁਰਤ ਖਲੋਊਗੀ ਨਹੀਂ, ਉਹ 'ਚੋਂ ਬੋ ਨਹੀਂ ਆਊਗੀ, ਗਾਂ ਵੱਧਦੀ ਜਾਊਗੀ। ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ? ਕਹਿਣ ਲੱਗੇ ਭਾਈ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਇਹ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਨਹੀਂ ਹੋਇਆ ਕਿ ਮੈਂ ਅੰਦਰੋਂ ਮਮਤਾ ਦਾ ਤਿਆਗ ਕਰ ਦਿੱਤਾ ਤੇ ਸੰਸਾਰ ਤੋਂ ਨਾਤਾ ਹੀ ਛੁੱਟ ਗਿਆ ਮੇਰਾ। ਕਹਿੰਦੇ ਨਹੀਂ, ਮੈਂ ਸੰਸਾਰ 'ਚ ਰਿਹਾ, ਸੰਸਾਰ 'ਚ ਵਿਚਰਦਾ ਰਿਹਾ, ਸੰਸਾਰ ਨਾਲ ਹੀ ਗੱਲਾਂ ਬਾਤਾਂ ਕਰਦਾ ਰਿਹਾ, ਪਰ ਮੈਂ ਨਾਮ ਛੱਡਿਆ ਨਹੀਂ। ਕਿਵੇਂ? ਪਾਤਸ਼ਾਹ ਨੇ ਲਿਖਿਆ, ਸਾਚ ਨਾਮ ਮੇਰਾ ਮਨ ਲੱਗਾ, ਸਾਚ ਨਾਮ ਮੇਰਾ ਮਨ ਲੱਗਾ।
ਕਹਿੰਦੇ ਮੇਰਾ ਮਨ ਸੱਚੇ ਦੇ ਨਾਮ ਨਾਲ ਜੁੜ ਗਿਆ, ਸੁੱਤ ਸ਼ਬਦ ਦਾ ਮਿਲਾਪ ਹੋ ਗਿਆ। ਜਦੋਂ ਸੁੱਤ ਸ਼ਬਦ ਦਾ ਮਿਲਾਪ ਹੋਇਆ, ਲੋਗਣ ਸਿਓ ਮੇਰਾ ਠਾਠਾ ਬਾਗਾ। ਕਹਿੰਦੇ ਇਹ ਨਹੀਂ ਕਿ ਮੈਂ ਲੋਕਾਂ ਨਾਲ ਬੋਲਣਾ ਛੱਡਤਾ, ਇਹ ਨਹੀਂ ਕਿ ਮੈਂ ਘਰ ਦੇ ਕੰਮ ਕਾਰ ਛੱਡ ਦਿੱਤੇ, ਇਹ ਨਹੀਂ ਕਿ ਮੈਂ ਲੋਕਾਂ ਦਾ ਨਾਤਾ ਹੀ ਤੋੜ ਦਿੱਤਾ। ਆਪਾਂ ਤਾਂ ਇਹੀ ਸਮਝਾਂਗੇ ਨਾ ਵੀ ਮਮਤਾ ਛੱਡ ਦਿੱਤੀ ਹੈ, ਹੁਣ ਘਰ-ਬਾਰ ਛੱਡ ਦਿਓ, ਮਾਂ ਬਾਪ ਛੱਡ ਦਿਓ, ਭੈਣ ਭਰਾ ਛੱਡ ਦਿਓ, ਗੁਰੂ ਘਰ ਆ ਕੇ ਬਹਿ ਜਾਓ। ਨਹੀਂ 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 ਨਹੀਂ, ਕਿਸੇ ਨੂੰ ਛੱਡਣਾ ਨਹੀਂ ਹੈ, ਸਭ ਦੇ ਨਾਲ ਰਹਿਣਾ ਹੈ, ਪਰ ਅੰਦਰੋਂ ਸਭ ਦਾ ਹੀ ਤਿਆਗ ਕਰ ਦੇਣਾ। ਬਾਹਰੋਂ ਛੱਡਣਾ ਕਿਸੇ ਨੂੰ ਨਹੀਂ, ਅੰਦਰੋਂ ਜੁੜਨਾ ਕਿਸੇ ਨਾਲ ਨਹੀਂ। ਬਾਹਰੋਂ ਇਹਨਾਂ ਸਾਰਿਆਂ ਦੀ ਪਕੜ ਕਰਨੀ, ਭੈਣ ਭਰਾ ਮਾਂ ਬਾਪ ਸਕੇ ਸੰਬੰਧੀ ਸਭ ਨਾਲ ਪਿਆਰ ਕਰਨਾ, ਮਨ ਤੋਂ ਤਿਆਗ ਕਰ ਦੇਣਾ। ਉਹ ਕੀ ਕਹਿਣ ਲੱਗੇ, ਕਹਿੰਦੇ ਲੋਗਣ ਸਿਓ ਮੇਰਾ ਠਾਠਾ ਬਾਗਾ। ਕਹਿੰਦੇ ਲੋਕਾਂ ਦੇ ਨਾਲ ਮੇਰਾ ਠਾਠਾ ਬਾਗਾ, ਕਹਿੰਦਾ ਭਾਵ ਵੀ ਥੋੜ੍ਹਾ ਬਹੁਤਾ ਨਾਤਾ ਹੈਗਾ, ਥੋੜ੍ਹਾ ਬਹੁਤਾ ਮੇਰਾ ਨਾਤਾ ਹੈਗਾ, ਗੁਜ਼ਾਰਾ ਕਰਨ ਜੋਗਾ ਜਿੰਨਾ ਕੁ ਬੋਲਣ ਦੀ ਲੋੜ ਹੈਗੀ ਹੈ ਕਿਸੇ ਦੇ ਨਾਲ, ਮੈਂ ਉਹਨਾਂ ਕੁ ਬੋਲਦਾ ਹਾਂ, ਇਹ ਨਹੀਂ ਮੈਂ ਛੱਡ ਦਿੱਤਾ ਬਿਲਕੁਲ। ਫਿਰ ਕੀ ਕਹਿਣ ਲੱਗੇ, ਕਹਿੰਦੇ ਬਾਹਰ ਸੂਤ ਸਗਲ ਸਿਓ ਮੌਲਾ, ਬਾਹਰ ਸੂਤ ਸਗਲ ਸਿਓ ਮੌਲਾ। ਕਹਿੰਦੇ ਉਹ ਭਾਈ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਜਿੱਦਾਂ ਕੋਈ ਦਰੀ ਖੇਸ ਬੁਣਦੇ ਆਪਾਂ, ਉਹ 'ਚ ਤਾਨਾ ਬਾਣਾ ਪੂਰਾ ਪਾਇਆ ਹੁੰਦਾ, ਕਹਿੰਦਾ ਉੱਦਾਂ ਹੀ ਮੈਂ ਬਾਹਰ ਰਹਿਣਾ, ਸੰਸਾਰੀਆਂ ਨਾਲ ਮੈਂ ਮਿਲ ਜੁਲ ਕੇ ਉੱਦਾਂ ਹੀ ਰਹਿਣਾ, ਠੀਕ ਹੈ ਨਹੀਂ। ਬਾਹਰ ਸੂਤ ਸਗਲ ਸਿਓ ਮੌਲਾ, ਕਹਿੰਦੇ ਸਾਰਿਆਂ ਨਾਲ ਮੈਂ ਮਿਲ ਜੁਲ ਕੇ ਰਹਿਣਾ, ਸਾਰਿਆਂ ਨਾਲ ਮੌਲਾ ਪੈਂਦਾ ਪਿਆਰ ਨਾਲ ਰਹਿਣਾ, ਸਾਰਿਆਂ ਨਾਲ ਮੈਂ ਪਿਆਰ ਨਾਲ ਰਹਿਣਾ, ਆਪਣੇ ਭੈਣ ਭਰਾਵਾਂ ਨਾਲ, ਸਕੇ ਸੰਬੰਧੀਆਂ ਨਾਲ, ਯਾਰਾਂ ਮਿੱਤਰਾਂ ਦੇ ਨਾਲ, ਪਿੰਡ ਦੇ ਲੋਕਾਂ ਦੇ ਨਾਲ, ਆਂਢੀਆਂ ਗੁਆਂਢੀਆਂ ਨਾਲ ਮੈਂ ਮਿਲ ਜੁਲ ਕੇ ਰਹਿਣਾ। ਪਰ ਇੱਕ ਗੱਲ ਕਹਿੰਦੇ ਪੱਲੇ ਬੰਨ ਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ। ਕਹਿੰਦੇ ਪਰ ਧਿਆਨ ਨਹੀਂ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਉੱਗਦਾ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਉੱਗਦਾ ਹੈ, ਜੜ੍ਹਾਂ ਉਹਦੀਆਂ ਪਾਣੀ ਵਿੱਚ ਨੇ, ਪਰ ਫੁੱਲ ਦਾ ਪਾਣੀ ਨਾਲ ਕੋਈ ਨਾਤਾ ਨਹੀਂ ਹੈ, ਉਹ ਵੱਖਰਾ ਹੀ ਰਹਿੰਦਾ, ਅਲਿਪਤ ਵੱਖਰਾ ਰਹਿੰਦਾ। ਕਹਿੰਦੇ ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ। ਕਹਿੰਦੇ ਮੈਂ ਵੀ ਉਸ ਫੁੱਲ ਵਾਂਗਰਾ ਰਹਿੰਦਾ, ਪਾਣੀ 'ਚ ਹੀ ਰਹਿੰਦਾ, ਸੰਸਾਰ 'ਚ ਹੀ ਹੈ, ਪਰ ਉਹ ਫੁੱਲ ਉੱਗਦਾ ਹੈ ਤੇ ਪਾਣੀ ਤੋਂ ਵੱਖਰਾ ਹੈ। ਕਹਿੰਦਾ ਮੈਂ ਸੰਸਾਰ 'ਚ ਰਹਿ ਕੇ ਵੀ ਜਿਹੜੀ ਮੇਰੀ ਅੰਦਰ ਦੀ ਬਿਰਤੀ ਆ, ਉਹ ਸੰਸਾਰ ਤੋਂ ਵੱਖਰੀ ਹੈ। ਭਾਵੇਂ ਮੈਂ ਰਹਿੰਦਾ ਸੰਸਾਰ 'ਚ ਹੀ ਹੈ, ਪਰ ਰਹਿੰਦਾ ਕਮਲ ਦੇ ਫੁੱਲ ਵਾਂਗਰਾ ਆ। ਅਸੀਂ ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਗੁਰੂ ਪਿਆਰਿਓ, ਕਬੀਰ ਸਾਬਣ ਕਹਿਣ ਲੱਗੇ ਕਿਥਾਂ ਤੇ, ਕਬੀਰ ਸਾਬਣ ਕਹਿੰਦੇ, ਕਹਿਣ ਲੱਗੇ ਜਾਂ ਦਿਨ ਹੋ ਮੁਆ, ਕਬੀਰ ਜਾਂ ਦਿਨ ਹੋ ਮੁਆ ਪਾਛੇ ਬਿਆ ਆਨੰਦ। ਕਬੀਰ ਸਾਹਿਬ ਕਹਿੰਦੇ ਜਿੱਦਣ ਮੇਰੇ ਅੰਦਰੋਂ ਹੋਂ ਕਰਨ ਵਾਲਾ, ਮੈਂ ਕਰਨ ਵਾਲਾ ਮੇਰਾ ਸੁਭਾਅ ਖਤਮ ਹੋ ਗਿਆ, ਜਿਸ ਦਿਨ ਮੇਰੇ ਅੰਦਰੋਂ ਮੈਂ ਕਰਨ ਵਾਲਾ, ਹੋਂ ਕਰਨ ਵਾਲਾ ਸੁਭਾਅ ਖਤਮ ਹੋ ਗਿਆ, ਜਾਂ ਦਿਨ ਹੋ ਮੁਆ ਪਾਛੇ ਬਿਆ ਆਨੰਦ। ਕਹਿੰਦੇ ਉਸ ਤੋਂ ਬਾਅਦ ਵਿੱਚ ਮੈਨੂੰ ਆਨੰਦ ਪ੍ਰਾਪਤ ਹੋਇਆ। ਹੁਣ ਧਿਆਨ ਦਿਓ, ਜਿੰਨਾ ਚਿਰ ਮਨ ਮੈਂ ਕਰਦਾ, ਜਿੰਨਾ ਚਿਰ ਮਨ ਆਪਣੀ ਚੀਜ਼ ਕਿਸੇ ਨੂੰ ਬਣਾ ਕੇ ਰੱਖਦਾ ਵੀ ਮੇਰਾ ਹੀ ਹੈ ਸਭ ਕੁਝ, ਉਹਨਾਂ ਚਿਰ ਆਨੰਦ ਨਹੀਂ ਮਿਲਦਾ, ਉਹਨਾਂ ਚਿਰ ਆਤਮਿਕ ਸੁੱਖ ਨਹੀਂ ਮਿਲਦਾ। ਆਨੰਦ ਦਾ ਭਾਵ ਕੀ ਹੈ? ਆਤਮਿਕ ਸੁੱਖ। ਕਹਿੰਦੇ ਉਹਨਾਂ ਚਿਰ ਆਤਮਿਕ ਸੁੱਖ ਨਹੀਂ ਮਿਲਦਾ ਜਿੰਨਾ ਚਿਰ ਮਨ ਮੈਂ ਮੇਰੀ ਕਰੀ ਜਾਂਦਾ ਵੀ ਆ ਮੇਰਾ ਹੈ, ਆ ਮੇਰਾ ਹੈ। ਧਿਆਨ ਦਿਓ, ਕੰਮ ਸਾਰੇ ਹੁੰਦੇ ਨੇ, ਸਾਧੂਆਂ ਸੰਤਾਂ ਦੇ ਵੀ ਕੰਮ ਹੁੰਦੇ ਨੇ, ਰੱਬ ਦੇ ਪਿਆਰਿਆਂ ਦੇ ਵੀ ਕੰਮ ਹੁੰਦੇ। ਰੱਬ ਦੇ ਪਿਆਰੇ ਵੀ ਰੋਟੀ ਖਾ ਕੇ ਗੁਜ਼ਾਰਾ ਕਰਦੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਰੱਬ ਦੇ ਪਿਆਰੇ ਵੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਨੇ। ਰੱਬ ਦੇ ਪਿਆਰਿਆਂ ਦੇ ਕੋਲ ਵੀ ਮਾਇਆ ਹੁੰਦੀ ਹੈ, ਪੈਸਾ ਹੁੰਦਾ, ਧੇਲਾ ਹੁੰਦਾ, ਇਹੋ ਜਿਹੀ ਕੋਈ ਗੱਲ ਨਹੀਂ, ਸਭ ਕੁਛ ਹੁੰਦਾ, ਠੀਕ ਹੈ। ਪਰ ਵਿਚਾਰ ਕਰਕੇ ਦੇਖਣਾ, ਰੱਬ ਦੇ ਪਿਆਰੇ ਗੱਲ ਮੰਨ ਚੁੱਕੇ ਨੇ ਕਿ ਜਿਹੜੀ ਚੀਜ਼ ਦੀ ਜਿੱਥੇ ਲੋੜ ਪੈਣੀ ਹੈ ਪਰਮਾਤਮਾ ਨੇ ਆਪੇ ਪੂਰੀ ਕਰ ਲੈਣੀ, ਆਪੇ ਕਰ ਲੈਣੀ। ਪਰ ਆਮ ਆਦਮੀ ਕੀ ਕਹਿੰਦਾ, ਕਹਿੰਦਾ ਇੱਦਾਂ ਆ ਵੀ ਜਿੰਨਾ ਚਿਰ ਆਪਾਂ ਕੋਈ ਕਮਾਈ ਕਰਾਂਗੇ ਨਹੀਂ, ਦਿਲ ਲਾ ਕੇ ਕਮਾਈ ਨਹੀਂ ਕਰਾਂਗੇ, ਕਿੱਥੋਂ ਪੈਸੇ ਆਉਣਗੇ, ਕਿੱਥੋਂ ਕਮਾਈ ਇਕੱਠੀ ਹੋਊਗੀ। ਪਰ ਰੱਬ ਦਾ ਪਿਆਰਾ ਕੀ ਕਹਿੰਦਾ, ਕਹਿੰਦਾ ਆਪਣਾ ਕੰਮ ਆ ਕਮਾਈ ਕਰਨਾ, ਇਹਦੇ ਬਦਲੇ ਕੀ ਮਿਲਣਾ ਤੇ ਕੀ ਨਹੀਂ ਮਿਲਣਾ ਰੱਬ ਨੂੰ ਪਤਾ। ਆਪਾਂ ਨਹੀਂ ਨਾ ਕਹਿੰਦੇ ਇਹ ਗੱਲ ਵੀ ਰੱਬ ਨੂੰ ਪਤਾ, ਰੱਬ ਦੇ ਰੰਗਾਂ ਦਾ ਪਤਾ ਨਹੀਂ, ਰੱਬ ਦੇ ਰੰਗਾਂ ਦਾ ਪਤਾ ਕੋਈ ਨਹੀਂ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਭਾਵੇਂ ਸਾਰੀ ਦਿਹਾੜੀ ਮਿਹਨਤ ਕਰਦਾ ਰਹੇ ਤੇ ਸ਼ਾਮੀ ਮੁੱਲ ਕੁਛ ਵੀ ਨਾ ਪਵੇ, ਤੇ ਭਾਵੇਂ ਨਿੱਕਾ ਮੋਟਾ ਕੋਈ ਕੰਮ ਕਰੇ ਤੇ ਪਰਮਾਤਮਾ ਪਤਾ ਨਹੀਂ ਕਿੰਨਾ ਮੁੱਲ ਪਾ ਦੇਵੇ। ਉਹਦੇ ਰੰਗਾਂ ਦਾ ਪਤਾ ਕਿਸੇ ਨੂੰ, ਕਿਹਦੀ ਝੋਲੀ 'ਚ ਕੀ ਪਾ ਦੇਣਾ ਉਹਨੇ, ਪਰ ਆਪਾਂ ਇਸ ਗੱਲ ਨੂੰ ਸਮਝਦੇ ਨਹੀਂ। ਸੋ ਧਿਆਨ ਦਿਓ ਆਪ ਜੀ। ਕਹਿੰਦੇ ਕਬੀਰ ਜਾਂ ਦਿਨ ਹੋ ਮੁਆ ਪਾਛੇ ਬਿਆ ਆਨੰਦ। ਕਬੀਰ ਸਾਬਣ ਕਹਿੰਦੇ ਜਦੋਂ ਮੇਰਾ ਮੈਂ ਕਰਨ ਵਾਲਾ ਸੁਭਾਅ ਖਤਮ ਹੋਇਆ ਨਾ, ਉਸ ਤੋਂ ਬਾਅਦ ਵਿੱਚ ਮੈਨੂੰ ਆਤਮਿਕ ਸੁੱਖ ਮਿਲਿਆ, ਪਹਿਲਾਂ ਨਹੀਂ। ਜਾਂ ਦਿਨ ਹੋ ਮੁਆ ਪਾਛੇ ਬਿਆ ਆਨੰਦ।
ਮੋਹ ਮਿਲਿਓ ਪ੍ਰਭ ਆਪਣਾ। ਕਹਿੰਦੇ ਮੈਨੂੰ ਮੈਂ ਸੁਭਾਅ ਖਤਮ ਕਰਨ ਤੋਂ ਬਾਅਦ 'ਚ ਆਤਮਿਕ ਸੁੱਖ ਮਿਲਿਆ, ਆਨੰਦ ਦੀ ਪ੍ਰਾਪਤੀ ਹੋਈ ਮੈਨੂੰ। ਕਹਿੰਦੇ ਫਿਰ ਕਹਿਣ ਲੱਗੇ ਮੋਹ ਮਿਲਿਓ ਪ੍ਰਭ ਆਪਣਾ। ਕਹਿੰਦੇ ਮੈਨੂੰ ਪਰਮਾਤਮਾ ਮਿਲ ਪਿਆ। ਸੰਗੀ ਭਜੇ ਗੋਬਿੰਦ। ਕੌਣ ਸੰਗੀ? ਗਿਆਨ ਇੰਦਰੇ। ਗਿਆਨ ਇੰਦਰੇ ਵੀ ਭਜਨ ਬੰਦਗੀ ਕਰਨ ਲੱਗ ਪਏ। ਹੁਣ ਆਪ ਜੀ ਵਿਚਾਰ ਕੇ ਦੇਖਣਾ, ਤੁਹਾਡੇ ਗਿਆਨ ਇੰਦਰੇ ਆ, ਅੱਖਾਂ, ਕੰਨ, ਨੱਕ, ਮੂੰਹ, ਚਮੜੀ, ਇਹ ਗਿਆਨ ਇੰਦਰੇ ਜਿਹੜੇ ਨੇ ਨਾ, ਇਹ ਸੰਸਾਰ ਨੂੰ ਚੰਗੀ ਚੀਜ਼ ਨਾਲ, ਚੰਗੇ ਤਰੀਕੇ ਨਾਲ, ਚੰਗੀ ਨੀਤੀ ਨਾਲ ਕਦੋਂ ਵੇਖਦੇ ਆ? ਜਦੋਂ ਮਨ ਵਿੱਚ ਚੰਗੇ ਗੁਣ ਪੈਦਾ ਹੋ ਜਾਂਦੇ ਹੋ, ਜਦੋਂ ਮਨ ਵਿੱਚ ਚੰਗਿਆਈਆਂ ਪੈਦਾ ਹੋ ਜਾਂਦੀਆਂ, ਜਦੋਂ ਮਨ ਸੁੱਟ ਸ਼ਬਦ ਦਾ ਮਿਲਾਪ ਕਰ ਲੈਂਦਾ, ਮਨ ਦੇ ਵਿੱਚ ਪ੍ਰਕਾਸ਼ ਪੈਦਾ ਹੁੰਦਾ ਨਾ, ਫਿਰ ਅੱਖਾਂ ਨਾਲ ਵੇਖਣ ਲੱਗਿਆ ਸਭ ਕੁਝ ਚੰਗਾ ਨਜ਼ਰ ਆਉਣ ਲੱਗ ਪੈਂਦਾ। ਭਗਤ ਨਾਮਦੇਵ ਜੀ ਕਹਿੰਦੇ ਮੈਂ ਪਰਮਾਤਮਾ ਤੱਕ ਪਹੁੰਚ ਕੀਤੀ, ਮੈਨੂੰ ਅੰਦਰੋਂ ਪਰਮਾਤਮਾ ਦਿਸਿਆ, ਮੈਨੂੰ ਆਪਣੇ 'ਚ ਮਹਿਸੂਸ ਹੋਇਆ। ਕਹਿੰਦੇ ਮੇਰੇ ਗਿਆਨ ਇੰਦਰੀਆਂ ਦੀ ਮੈਂ ਤੁਹਾਨੂੰ ਗੱਲ ਸੁਣਾਵਾਂ। ਕਹਿੰਦੇ ਇਹਨਾਂ ਅੱਖਾਂ ਨਾਲ ਮੈਂ ਸੰਸਾਰ ਨੂੰ ਵੇਖਿਆ ਕਰਾਂ, ਇਹਨਾਂ ਅੱਖਾਂ ਦੇ ਨਾਲ ਮੈਂ ਸੰਸਾਰ ਨੂੰ ਵੇਖਿਆ ਕਰਾਂ। ਕਹਿੰਦੇ ਭਾਵੇਂ ਕੋਈ ਕੁੱਤਾ ਤੁਰਿਆ ਆਉਂਦਾ, ਭਾਵੇਂ ਕੋਈ ਗਰੀਬ ਤੁਰਿਆ ਆਉਂਦਾ, ਭਾਵੇਂ ਕੋਈ ਅਮੀਰ ਤੁਰਿਆ ਆਉਂਦਾ, ਕਹਿੰਦੇ ਮੈਂ ਹੈਰਾਨ ਹੋ ਜਾਣਾ। ਅੱਛਾ ਕੀ ਹੈਰਾਨ ਹੋਣਾ? ਕਹਿੰਦੇ ਮੈਨੂੰ ਇੱਕੋ ਚੀਜ਼ ਨਜ਼ਰ ਆਉਣੀ, ਸਭ ਗੋਬਿੰਦ ਹੈ, ਸਭ ਗੋਬਿੰਦ ਆ, ਗੋਬਿੰਦ ਪਿੰਡ ਨਹੀਂ ਕੋਈ। ਕਹਿੰਦੇ ਮੈਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਈ ਜਾਣਾ ਚਾਰ ਸਵੇਰੇ। ਕਹਿੰਦੇ ਮੈਂ ਹੈਰਾਨ ਹੋਣਾ ਵੀ ਇਹ ਕੀ ਹੋ ਗਿਆ। ਕਹਿੰਦੇ ਫਿਰ ਮੈਨੂੰ ਮਹਿਸੂਸ ਹੋਇਆ ਵੀ ਇਹਨਾਂ ਅੱਖਾਂ ਦਾ ਕਸੂਰ ਕੋਈ ਨਹੀਂ, ਇਹ ਅੱਖਾਂ ਰੱਬ ਵੇਖਣ ਜੋਗੀਆਂ ਤਾਂ ਬਣੀਆਂ ਕਿਉਂਕਿ ਅੰਦਰਲੀ ਬਿਰਤੀ ਨੇ ਰੱਬ ਵੇਖ ਲਿਆ। ਇਹਨਾਂ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਸੁਣ ਕੇ ਵੀ ਬੰਦੇ ਨੂੰ ਨਫ਼ਰਤ ਨਹੀਂ ਆਉਂਦੀ, ਕਿਸੇ ਦੀ ਨਿੰਦਿਆ ਸੁਣ ਕੇ ਵੀ ਨਫ਼ਰਤ ਨਹੀਂ ਆਉਂਦੀ। ਕਹਿੰਦਾ ਨਾ ਮਿਲੀ ਉਹਨੂੰ, ਕਹਿੰਦਾ ਮੈਂ ਤੇ ਮਿਲੂੰਗਾ। ਕਿਆ ਤੂੰ ਪਾਗਲ? ਤੈਨੂੰ ਮੈਂ ਦੱਸਦਾ ਪਤਾ ਚੰਗਾ ਨਹੀਂ। ਕਹਿੰਦਾ ਮੈਂ ਮਿਲੂੰਗਾ। ਕਿਹੜੀ ਗੱਲੋਂ? ਇੱਕ ਕੰਨਾਂ ਨਾਲ ਨਿੰਦਿਆ ਸੁਣ ਕੇ ਮਨ ਦੇ ਵਿੱਚ ਸ਼ਬਦ ਆ, ਮਨ ਨਹੀਂ ਮੰਨਿਆ ਕਿ ਉਹ ਮਾੜਾ ਹੋਊਗਾ, ਕਿਉਂਕਿ ਮਨ ਵਿੱਚ ਪੰਕਤੀ ਯਾਦ ਆ ਗਈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਹਿੰਦਾ ਮੈਂ ਖੁਦ ਹੀ ਚੰਗਾ ਨਹੀਂ, ਮੈਂ ਕਿਹਦੀਆਂ ਬੁਰਾਈਆਂ ਕਰਾਂ। ਇਹ ਅੰਦਰ ਦੀ ਬਿਰਤੀ ਹੈ। ਹੁਣ ਆਪ ਜੀ ਵਿਚਾਰ ਕਰਕੇ ਦੇਖਣਾ, ਧੰਨ ਗੁਰੂ ਨਾਨਕ ਪਾਤਸ਼ਾਹ ਸਿੱਧਾ ਕੋਲ ਚਲੇ ਗਏ, ਸਿੱਧਾ ਕੋਲ ਚਲੇ ਗਏ। ਜਦੋਂ ਸਿੱਧਾ ਕੋਲ ਗਏ, ਸਿੱਧਾ ਨਾਲ ਗੱਲਬਾਤ ਹੋਈ ਤੇ ਸਿੱਧਾ ਨੇ ਸਵਾਲ ਕੀਤਾ। ਕਹਿੰਦੇ ਕੁਬੁੱਧ ਚਵਾਵੇ ਸੋ ਕਿਤ ਠਾਏ, ਕੁਬੁੱਧ ਚਵਾਵੇ ਸੋ ਕਿਤ ਠਾਏ, ਕਿਉ ਤਤ ਨਾ ਬੂਝੇ ਚੋਟਾਂ ਖਾਏ। ਸਿੱਧਾ ਨੇ ਪੁੱਛਿਆ ਕੁਬੁੱਧ ਚਵਾਵੇ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਇਹ ਗੱਲ ਦੱਸੋ। ਕਿ ਦੱਸੋ? ਕੁਬੁੱਧ ਮਾੜੀ ਮੱਤ, ਚਵਾਵੇ। ਹੁਣ ਚਵਾਵੇ ਅੱਖਰ ਕਿਉਂ ਵਰਤਿਆ ਗੁਰੂ ਨਾਨਕ ਪਾਤਸ਼ਾਹ ਨੇ? ਚਵਾਵੇ ਅੱਖਰ ਕਿਉਂ ਵਰਤਿਆ? ਧਿਆਨ ਦਿਓ, ਚਵਾਵੇ ਦਾ ਭਾਵ ਦੂਰ ਹੋਣਾ। ਹੁਣ ਤੁਸੀਂ ਕਹੋਗੇ ਚਵਾਵੇ ਦਾ ਅੱਖਰ ਦੂਰ ਹੋ ਕਿੱਦਾਂ ਬਣ ਗਿਆ? ਆਪਾਂ ਮੱਝ ਚੋਨੇ ਆ, ਕੀ ਕਹਿੰਦੇ ਆ? ਮੱਝ ਚੋਲੀ, ਗਾਂ ਚੋਲੀ ਹੈ। ਇਹਦਾ ਮਤਲਬ ਕੀ ਹੈ? ਚੋਣ ਦਾ ਮਤਲਬ ਕੀ ਹੈ? ਉਹਦੇ ਥਣਾ ਜੋ ਦੁੱਧ ਵੱਖਰਾ ਕਰਤਾ, ਉਹਨੂੰ ਚੋਣਾ ਕਹਿੰਦੇ ਆ। ਠੀਕ ਆ, ਇਸ ਲਈ ਕੁਬੁੱਧ ਚਵਾਵੇ, ਇਹਦਾ ਮਤਲਬ ਸਾਡੀ ਮਾੜੀ ਮੱਤ ਸਾਤੋਂ ਦੂਰ ਹੋ ਜਾਵੇ। ਦੁੱਧ ਗਾਂ ਤੋਂ ਦੂਰ ਹੋ ਗਿਆ, ਵੱਖਰਾ ਹੋ ਗਿਆ, ਉਹਨੂੰ ਚਵਾਉਣਾ ਕਹਿੰਦੇ ਆ। ਸਾਡੀ ਮਾੜੀ ਮੱਤ ਸਾਤੋਂ ਦੂਰ ਹੋ ਜਾਏ, ਉਹਨੂੰ ਚਵਾਵਾ ਅੱਖਰ ਲਾ ਲਿਆ ਗੁਰੂ ਨਾਨਕ ਪਾਤਸ਼ਾਹ ਨੇ। ਕਹਿੰਦੇ ਕੁਬੁੱਧ ਚਵਾਵੇ ਸੋ ਕਿਤ ਠਾਏ। ਕਹਿੰਦੇ ਨਾਨਕ ਦੱਸ ਬਈ, ਜਿੱਥੇ ਮਾੜੀ ਮੱਤ ਦੂਰ ਹੋ ਸਕਦੀ ਜਗ੍ਹਾ ਕਿਹੜੀ ਹੈ? ਉਹ ਕਿਹੜੀ ਜਗ੍ਹਾ ਜਿੱਥੇ ਮਾੜੀ ਮੱਤ ਦੂਰ ਹੋ ਸਕਦੀ? ਤੇ ਵਿਚਾਰ ਕਰਨਾ। ਫਿਰ ਕੀ ਕਹਿਣ ਲੱਗੇ? ਕਿ ਉਹ ਤੱਤ ਨਾ ਬੂਝੇ ਚੋਟਾਂ ਖਾਏ। ਕਹਿੰਦਾ ਇਹ ਮਨ ਜਿਹੜਾ ਅਸਲੀਅਤ ਸਮਝਦਾ ਹੀ ਨਹੀਂ ਤੇ ਚੋਟਾਂ ਖਾਂਦਾ, ਰਾਤ ਦਿਨ ਧੱਕੇ ਖਾਂਦਾ। ਹੁਣ ਗੁਰੂ ਨਾਨਕ ਪਾਤਸ਼ਾਹ ਜਵਾਬ ਦੇਣ ਲੱਗੇ। ਗੁਰੂ ਨਾਨਕ ਪਾਤਸ਼ਾਹ ਜਵਾਬ ਦੇਣ ਲੱਗੇ। ਧਿਆਨ ਦੇਣਾ ਕੀ ਕਹਿਣ ਲੱਗੇ ਪਾਤਸ਼ਾਹ? ਗੁਰੂ ਸਾਹਿਬ ਕਹਿੰਦੇ ਕੁਬੁੱਧ ਮਿਟੇ ਗੁਰ ਸ਼ਬਦ ਵਿਚਾਰ, ਕੁਬੁੱਧ ਮਿਟੇ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੇ ਮੁਖ ਦਵਾਰ। ਕੁਬੁੱਧ ਮਿਟੇ, ਕਹਿੰਦਾ ਮਾੜੀ ਮੱਤ ਖਤਮ ਹੋ ਜਾਂਦੀ ਹੈ, ਮਾੜੀ ਮੱਤ ਦੂਰ ਹੋ ਜਾਂਦੀ ਹੈ। ਕਹਿੰਦੇ ਕਦੋਂ ਦੂਰ ਹੋ ਜਾਂਦੀ ਹੈ? ਤੇ ਕਹਿਣ ਲੱਗੇ ਜਦੋਂ ਸਾਡਾ ਜਿਹੜਾ ਮਨ ਹੈ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ, ਤਾਂ ਮਾੜੀ ਮੱਤ ਦੂਰ ਹੁੰਦੀ ਹੈ। ਇਹ ਜੇ ਸ਼ਬਦ ਦੀ ਵਿਚਾਰ ਨਹੀਂ ਕਰਦਾ, ਕਦੀ ਮਾੜੀ ਮੱਤ ਦੂਰ ਨਹੀਂ ਜੀ ਹੁੰਦੀ। ਇਹ ਭੁਲੇਖਾ ਕੱਢੋ ਆਪਣੇ ਮਨ ਚੋਂ। ਜੇ ਤੁਸੀਂ ਗੁਰਬਾਣੀ ਪੜ੍ਹੀ ਤੇ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਤੁਹਾਡੀ ਬਿਰਤੀ ਡੰਗਰ ਦੀ ਹੈ। ਦੇਖੋ, ਜਿੰਨੀ ਸਤਿਗੁਰ ਪੁਰਖ ਨਾਲ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਅੱਖੀਆਂ ਪਸ਼ੂ ਟੋਰ ਗਵਾਰ। ਦੱਸੋ, ਗੁਰੂ ਸਾਹਿਬਾਨ ਕਹਿੰਦੇ ਜਿੰਨੀ ਸਤਿਗੁਰ ਪੁਰਖ ਨਾਲ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਕਹਿੰਦਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਵਿਚਾਰ ਕਰਕੇ ਤੇ ਸੁੱਧ ਸ਼ਬਦ ਦਾ ਮਿਲਾਪ ਕਰਕੇ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ, ਓਏ ਮਾਨਸ ਜੂਨ ਨਾ ਅੱਖੀਆਂ। ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ 'ਚ ਨਹੀਂ ਕਰਨੀ। ਪਾਤਸ਼ਾਹ ਕੌਣ ਨੇ ਫਿਰੇ? ਕਹਿੰਦੇ ਪਸ਼ੂ ਢੋਰ ਗਵਾਰ। ਕਹਿੰਦੇ ਅਵਾਰਾ ਡੰਗਰ ਦੀ ਬਿਰਤੀ ਇਹਨਾਂ ਦੀ। ਹੁਣ ਲਓ ਸਾਹਿਬ,
आ गई ना गल कि गुरु साहबान कहते कहते जे तू गुरु चरणों नाल जुड़दा, जे तू गुरु चरणों दे नाल जुड़दा है तो जुड़न नाल की हो, जे तू गुरु चरणों नाल जुड़दा है तो जुड़न नाल की हो। कहंदा कुबित मिठे गुर शब्द विचार, कहंदा गुरु दी शब्द दी विचार करिए तो माड़ी मत दूर हो जाती। ठीक है, हुण अगे देखो कि लिखिया सतगुर भेटे मोख द्वार। हुण सतगुर भेटे पहला विचार की फिर सतगुरु भेटे। कभी सोचा जे भला भी भेटे मिलना गुरु नूं पहला मिलांगे तां ही विचार करांगे। इत्थे की होया कुबिद मिटे गुर शब्द विचार पहला आया, अगे सतगुरु भेटे आया। भेटे की है देखना मिलना मिलाप होना संबंध जुड़ना। सतगुरु भेटे कहंदा भाई गल सुन, जदों गुरु के शब्द की विचार करेगा हुण सतगुरु भेटे फिर तेरा सतगुरु नाल मिलाप होगा, फिर तेरा सतगुरु नाल मिलाप होगा। जो गुरु के शब्द की विचार करोगे तो तुहाडी सोच तो गुरु की सोच आपस में मिलूगी। कहंदा सतगुरु भेटे, कहंदा गुरु की सोच नाल अपनी सोच मिलावेगा तो मोख द्वार तां इन्हां वकारां दे विचों बाहर निकलण दा रस्ता लभेगा। मोख द्वार, मोख दा भाव मुक्ति, मुक्ति कई प्रकार दी। ठीक है, मुक्ति कई प्रकार दी है। एक मुक्ति 84 के गेट चों आ और एक मुक्ति वकारां तो आ। ये पहली मुक्ति वकारां तो आ। जदों असीं सतगुरु नूं भेटांगे, सतगुरु दे सन्मुख होवांगे, सतगुरु नाल नाता जोड़ांगे तो मुक्ति कदी होएगी? वकारां तो खलासी होएगी। बंद खलासी भाने होए, असीं ते भाने च होना ना, रब ते मिलना बहुत दूर दी चीज़ है। बंद खलासी भाने होए, आंदा जिहड़े बंधनां च मेरा मन बज्झा है, वकारां विच मेरा मन बज्झा है। बंद खलासी कहंदे ने जो खलासी हो जाएगी। भाने होए जदों मैं भाने च आ जाऊँगा। पहला ने मन भाने च आउणा, जदों मन भाने च आउंदा ते वकारां तो छुट जांदा है, उन्ना चिर नहीं छुटदा। असीं लोकां ने गौर नहीं कीती, सानूं लोड़ नहीं पई। हर एक चीज़ की विचार करके देखियो। लास्ट में गुरु साहबान ने बड़े प्यार दे नाल कहा, कहंदा माने हुक्म सभे गुण ज्ञान, माने हुक्म सभे गुण ज्ञान, नानक दरगह पावे मान। देखो नानक हुक्म माने हुक्म सभे गुण ज्ञान। आंदा जे ये मन भाने च आके ते परमात्मा के हुक्म नूं स्वीकार कर लवे, जे मन भाने च आके परमात्मा के हुक्म नूं स्वीकार कर लवे, इत्थे पहुँच जावे कि जो कुछ परमात्मा करदा भले जी करदा। तुम करो भला हम भलो ना जाने। असीं तो एडे अपने मन मत वाले हाँ कि साडा भला हो रहा है, सानूं नुकसान लगी जाता, साडी कोई चीज़ डुल गई तो आपां की कहने गुरु कर गए सी तां भी चीज़ घाटा पै गया। भाई किसी वेले घाटे विच भी वाधा जे, किसी वेले घाटे विच भी वाधा जे। कदी जिंदगी 'च विचार करना किसी वेले तुहानूं बुखार चढ़ गया, उहदे विच भी वाधा जे। तुहानूं बुखार चढ़ गया उहदे विच भी वाधा जे। कोई सज्जण है वो रब नूं नहीं मनदा सी, उन्हें किताब लिखी, कहना मैं रब नूं नहीं मनदा सी। उहदी फ्लाइट सीगी, उहदी फ्लाइट सी जर्मन दी, रात फ्लाइट सी उहदी। जदों फ्लाइट सी ना तो वह 4-5 घंटे उन्होंने बुखार बहुत चढ़ गया पहला फ्लाइट तो। वो डॉक्टर को गया फटाफट, कहना डॉक्टर साहब मैंने बुखार देखो, चैक किया 106 बुखार। डॉक्टर साहब कहने लगे भाई साहब तुसीं आराम करो, 2 दिन आराम करना पैना तुहानूं। कहते तू डॉक्टर कहदा दवाई दे, मेरा बुखार ला, मेरी होर 5 घंटे बाद फ्लाइट है, मैं जाना है। वो कहना भाई साहब ना जाओ, अज फ्लाइट कैंसल कर लो, रस्ते 'च कंट्रोल नहीं होना, बुखार ज़्यादा है। कहना मैं जाना है, मैं कभी किसी की मनता नहीं होता, तू बुखार ला दे, मैं जाना है। वो कहना भाई साहब मान लो मेरी गल, बुखार ज़्यादा है, रस्ते 'च कुछ बिगड़ सकता है, तुसीं ना जाओ। 2-3 बारी किया, घर दी नाल कहन लगी, कहती मन जाओ डॉक्टर साहब की गल, फिर की होया, ना जाओ अज। कहता इन्ने पैसे बर्बाद होण डे, कहता पैसे बर्बाद होण डे तां की होण डे, कोई गल नहीं, अज ना कर दो, ना जाओ। लो जी करदे कतरदे मन मन गया, चलो मैं नहीं जाता। जदों नहीं जाता घर गया, दवाई खा के नींद आ गई, नींद आ गई, सौ गया। सवेरे उठे, जो सवेरे उठे तो न्यूज़ वेखण लगा, टीवी ते न्यूज़ लाइया। जो टीवी ते न्यूज़ लाइया, न्यूज़ ला के देखदा तो की सुनदा कि फलाना जहाज़ रात को क्रैश हो गया, फलाना जहाज़ रात को क्रैश हो गया। किहड़ा जहाज़? जिस जहाज़ इन्हें जाना सी, जिस जहाज़ में इस बंदे ने जाना सी, वो क्रैश हो गया। घरदियां नूं आवाज़ मारदा, वो कहंदे हाँ बई की गल हो गई, रौला पाई जाने, दवाई चाहिए? कहंदा नहीं दवाई नहीं चाहिए।
ਕਹਿੰਦਾ ਮੈਂ ਤੁਹਾਨੂੰ ਕਹਿੰਦਾ ਸੀ ਕੋਈ ਰੱਬ ਨਹੀਂ ਹੈਗਾ, ਸਭ ਪਖੰਡ ਨੇ। ਤੇ ਘਰ ਦੇ ਕਹਿੰਦੇ ਅਸੀਂ ਕਦੋਂ ਤੁਹਾਨੂੰ ਹਾਂ ਕਰਦੇ ਪਿਆ ਹੈਗਾ, ਤੁਸੀਂ ਕਹਿੰਦੇ ਨਹੀਂ ਹੈਗਾ ਤਾਂ ਨਾ ਸੀ। ਕਹਿੰਦਾ ਨਹੀਂ, ਅੱਜ ਮੈਂ ਕਹਿੰਦਾ ਰੱਬ ਹੈਗਾ। ਕਹਿੰਦੇ ਉਹ ਕਿੱਦਾਂ? ਕਹਿੰਦੇ ਅੱਜ ਮੈਂ ਕਹਿੰਦਾ ਰੱਬ ਹੈਗਾ ਹੈ। ਕਹਿੰਦਾ ਕੱਲ੍ਹ ਮੈਨੂੰ ਰਾਤੀ ਬੁਖਾਰ ਚੜਿਆ, ਮੈਨੂੰ ਬੁਖਾਰ ਬਿਲਕੁਲ ਠੀਕ ਹੈ, ਅਤੇ ਬੁਖਾਰ ਚੜਾ ਕੇ ਮੈਨੂੰ ਰੱਬ ਨੇ ਰੋਕ ਲਿਆ, ਕਿਉਂਕਿ ਮੇਰੀ ਮੌਤ ਅਜੇ ਨਹੀਂ ਆਈ ਸੀਗੀ, ਜਿੰਨਿਆਂ ਦੀ ਆਈ ਸੀ। ਕਹਿੰਦਾ ਦੇਖੋ TV 'ਤੇ ਨਿਊਜ਼ ਆਉਂਦੀ ਪਈ ਆ, ਜਹਾਜ਼ ਕਰੈਸ਼ ਹੋ ਗਿਆ, ਜਹਾਜ਼ ਡਿੱਗ ਪਿਆ। ਸਾਰੇ ਕਹਿਣ ਵੀ ਹੈ। ਉਹਨੇ ਕਿਤਾਬ ਲਿਖੀ ਬੜੀ ਮੋਟੀ, ਨਾਸਤਕ ਬੰਦਾ ਸੀ, ਆਸਤਿਕ ਹੋ ਗਿਆ। ਕਹਿੰਦਾ ਭਾਵ ਹੈ ਕਿ ਮਨ ਬਿਰਤੀ ਮੰਨ ਗਈ ਕਿ ਕਿਸੇ ਵੇਲੇ ਉਹਨੇ ਘਾਟਾ ਝੱਲਿਆ। ਕਾਹਦਾ? ਟਿਕਟ ਦੇ ਪੈਸੇ ਗਏ, ਬੁਖਾਰ ਦੇ ਪੈਸੇ ਲੱਗੇ, ਅੱਜ ਮੰਨ ਗਿਆ ਵੀ ਇਹ ਘਾਟਾ ਵੀ ਮੇਰੀ ਭਲੀ ਦੇ ਵਿੱਚ ਸੀ। ਸਿਰਫ ਸਮਝਣਾ ਪੈਣਾ, ਅਸੀਂ ਸਮਝਣ ਨੂੰ ਤਿਆਰ ਨਹੀਂ। ਕਹਿੰਦੇ ਮਾਨੇ ਹੁਕਮ ਸਭੇ ਗੁਣ ਗਿਆਨ, ਜਿਹੜਾ ਹੁਕਮ ਮੰਨ ਲੈਂਦਾ ਭਾਣੇ 'ਚ ਆ ਜਾਂਦਾ, ਉਹਦੇ ਅੰਦਰ ਸਾਰਾ ਹੀ ਗਿਆਨ ਪ੍ਰਗਟ ਹੋ ਜਾਂਦਾ ਹੈ। ਨਾਨਕ ਦਰਗੇ ਪਾਵੇ ਮਾਨ, ਕਹਿੰਦੇ ਫਿਰ ਉਹਦੀ ਆਤਮ ਬਿਰਤੀ ਦਰਗਾਹ 'ਚ ਪਹੁੰਚ ਜਾਂਦੀ ਹੈ, ਸੱਚਖੰਡ ਪਹੁੰਚਦੀ, ਜਿੱਥੇ ਮਾਨ ਪ੍ਰਾਪਤ ਹੁੰਦਾ। ਤਾਂ ਗੁਰੂ ਸਾਹਿਬਾਨ ਨੇ ਕਿਹਾ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ। ਹੁਣ ਅਗਲੀ ਪੰਕਤੀ ਪੜ੍ਹੋ ਕੀ ਲਿਖਿਆ, ਕਹੋ ਨਾਨਕ ਆਪਣ ਤਰੇ, ਕਹੋ ਨਾਨਕ ਆਪਣ ਤਰੇ ਔਰਨ ਲੇਤ ਉਧਾਰ। ਦੇਖੋ, ਇੱਕ ਮਮਤਾ ਤਜੀ ਅੰਦਰੋਂ, ਮੋਹ ਛੱਡਿਆ, ਲੋਭ ਛੱਡਿਆ, ਹੰਕਾਰ ਛੱਡਿਆ ਅੰਦਰੋਂ, ਸਰੀਰ ਤੋਂ ਨਹੀਂ, ਸਰੀਰ ਤੋਂ ਨਹੀਂ, ਸਰੀਰ ਤੋਂ ਨਹੀਂ ਇਹ ਕੰਮ ਕਰਨਾ। ਹੁਣ ਬੰਦਾ ਕਹੇ ਮੈਂ ਲੋਭੀ ਨਹੀਂ, ਮੈਂ ਕੋਈ ਲਾਲਚੀ ਨਹੀਂ, ਮੈਂ ਕੋਈ ਹੰਕਾਰੀ ਨਹੀਂ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਗੱਲ ਸਰੀਰ ਦੀ ਨਹੀਂ ਹੈ। ਸਰੀਰ ਤੋਂ ਤੁਸੀਂ ਕੋਈ ਕੰਮ ਕਰਦੇ ਹੋ, ਠੀਕ ਹੈ। ਹੁਣ ਤੁਹਾਡੀ ਤਨਖਾਹ ਬਣਦੀ ਹੈ, ਤੁਸੀਂ ਲੈਣ ਚਲੇ ਗਏ, ਤੁਸੀਂ ਲੋਭੀ ਥੋੜ੍ਹੀ ਹੋ, ਤੁਸੀਂ ਲੋਭੀ ਥੋੜ੍ਹੀ ਹੋ, ਠੀਕ। ਤੁਹਾਡੀ ਬਾਹਰ ਕੋਈ ਚੀਜ਼ ਪਈ ਹੈ, ਤੁਸੀਂ ਚੁੱਕ ਕੇ ਅੰਦਰ ਰੱਖਣ ਚਲੇ ਗਏ, ਤੁਸੀਂ ਕੋਈ ਲਾਲਚੀ ਥੋੜ੍ਹੀ ਹੋ, ਠੀਕ ਹੈ। ਇਹੋ ਜਿਹੀ ਕੋਈ ਗੱਲ ਨਹੀਂ। ਪਰ ਕਹਿੰਦੇ ਜੇ ਅੰਦਰੋਂ ਛੱਡ ਦਿੱਤਾ ਸਭ ਕੁਛ, ਮਮਤਾ ਤਿਆਗ ਦਿੱਤੀ, ਲੋਭ ਮੋਹ ਹੰਕਾਰ ਤਿਆਗ ਦਿੱਤਾ, ਕਹਿੰਦੇ ਨੌ ਕਹੋ ਨਾਨਕ ਆਪਣ ਤਰੇ। ਕਹਿੰਦਾ ਆਪ ਤਰਦਾ ਹੋ, ਭਵ ਸਾਗਰ ਚੋਂ ਪਾਰ ਲੰਘਦਾ ਹੈ, ਔਰਨ ਦੇ ਉਧਾਰ। ਕਹਿਣ ਲੱਗਾ ਕਿਸੇ ਹੋਰ ਦਾ ਉਧਾਰ ਵੀ ਕਰ ਸਕਦਾ। ਕਹਿੰਦੇ ਐਸੀ ਬਿਰਤੀ ਵਾਲੀ ਆਤਮਾ ਕਿਸੇ ਹੋਰ ਨੂੰ ਵੀ ਇਸ ਪਾਸੇ ਮੋੜ ਸਕਦੀ ਹੈ, ਅਤੇ ਮੋੜ ਕੇ ਪਰਮਾਤਮਾ ਦੇ ਦਰ 'ਤੇ ਪਹੁੰਚਾ ਸਕਦੀ ਹੈ। ਕੌਣ? ਜਿਹਦੇ ਅੰਦਰ ਦੀ ਬਿਰਤੀ ਆਪਣੀ ਬਣੀ ਹੈ, ਅਤੇ ਜਿਹਦੀ ਆਪਣੀ ਬਿਰਤੀ ਨਹੀਂ ਬਣੀ ਅਜੇ, ਜਿਹੜਾ ਆਪ ਅਜੇ ਲੱਭਦਾ ਫਿਰਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਪੜ੍ਹੋ, ਪਿਆਰ ਨਾਲ ਪੜ੍ਹੋ, ਆਰਾਮ ਨਾਲ ਪੜ੍ਹੋ, ਕਾਹਲੇ ਪੈ ਕੇ ਨਾ ਪੜ੍ਹੋ, ਗਿਣਤੀਆਂ ਮਿੰਤੀਆਂ ਦੇ ਚੱਕਰਾਂ 'ਚ ਨਾ ਪਾਓ। ਗੁਰਬਾਣੀ ਪੜ੍ਹਨੀ, ਸਹਿਜ ਪਾਠ ਕਰੋ, ਆਰਾਮ ਨਾਲ ਕਰੋ, ਕਾਹਲੇ ਪੈ ਕੇ ਨਾ ਕਰੋ, ਕੋਈ ਟਾਈਮ ਫਿਕਸ ਹੋ ਕੇ ਨਾ ਕਰੋ। ਸੁਖਮਨੀ ਸਾਹਿਬ ਦਾ ਪਾਠ ਕਰੋ, ਆਰਾਮ ਨਾਲ ਕਰੋ। ਲੱਭੋ ਤਾਂ ਸਹੀ, ਸੁਖਮਨੀ ਸਾਹਿਬ ਦੇ ਪਾਠ ਵਿੱਚ ਤੇ ਆਉਣ ਡਿਆ, ਆਪਾਂ ਨੇ ਪੜ੍ਹ ਲਿਆ, ਪਤਾ ਨਹੀਂ ਸੁਖਮਨੀ ਸਾਹਿਬ ਦੇ ਪਾਠ ਦਿਹਾੜੀ 'ਚ 2-2 ਕਰ ਦਿੰਦੇ, 4-4 ਕਰ ਦਿੰਦੇ। ਉਹਦੇ 'ਚ ਲਿਖਿਆ ਸੀ, ਕੀ ਲਿਖਿਆ? ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ। ਉਹ ਕਿਨਕਾ ਵਸਿਆ ਤੇ ਹੈ ਹੀ ਨਹੀਂ। ਕੀ ਤੁਸੀਂ ਕਦੇ ਪੁੱਛਿਆ ਕਿ ਮੈਂ ਸੁਖਮਨੀ ਸਾਹਿਬ ਦੇ ਪਾਠ 2 ਕਰ ਲਏ ਅਤੇ ਕਿਨਕਾ ਇੱਕ ਨਹੀਂ ਵਸਿਆ? ਫਿਰ ਮਿਲਿਆ ਕੀ? ਉਹ ਕਿਨਕਾ ਵਸੇਗਾ ਤਾਂ ਗੱਲ ਬਣਨੀ ਹੈ। ਹੁਣ ਧਿਆਨ ਦਿਓ, ਮਹਿਮਾ ਕਿਹਦੀ ਹੈ? ਧਿਆਨ ਨਾਲ ਪੜ੍ਹੋ ਕੀ ਲਿਖਿਆ। ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ। ਇੱਥੇ ਵਿਸ਼ਰਾਮ ਹੈ। ਕਹਿੰਦਾ ਜਿਹਦੇ ਹਿਰਦੇ 'ਚ ਕਿਨਕਾ ਵਸਿਆ, ਇਹਦਾ ਮਤਲਬ ਜਿਹਦੇ ਹਿਰਦੇ 'ਚ ਗੁਰਬਾਣੀ ਨੇ ਕੋਈ ਅਸਰ ਕੀਤਾ ਹੈ, ਗੁਰਬਾਣੀ ਨੇ ਟਿਕਣਾ ਕੀਤਾ ਹੈ, ਉਹਦੀ ਮਹਿਮਾ। ਜਿਹਨੇ ਪੜ੍ਹੀ ਹੈ ਪਰ ਟਿਕਿਆ ਕੁਝ ਵੀ ਨਹੀਂ, ਅੰਦਰ ਦੀ ਮਹਿਮਾ ਕਿੱਥੋਂ ਹੋ ਜਾਊਗੀ? ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ। ਕਹਿੰਦੇ ਕਿੰਨੀ ਕੁ ਹੋ ਗਈ ਮਹਿਮਾ ਜਿਹਦੇ ਹਿਰਦੇ 'ਚ ਟਿਕ ਗਿਆ ਕਿਨਕਾ, ਜਿਹਦੇ ਅੰਦਰ ਗੁਰੂ ਦੇ ਸ਼ਬਦ ਦਾ ਚਾਨਣ ਹੋਇਆ ਹੈ। ਕੀ ਫਰਕ ਪਏਗਾ? ਕਹਿੰਦੇ ਗਣੀ ਨਾ ਆਵੇ। ਦੱਸੋ, ਕਹਿੰਦੇ ਉਹਦੀ ਮਹਿਮਾ ਗਿਣਤੀ ਨਹੀਂ ਜਾ ਸਕਦੀ। ਵੀ ਕਿੰਨੀ ਕੁ ਮਹਿਮਾ ਹੋਊਗੀ, ਕਿੰਨੀ ਕੁ ਚਰਚਾ ਉਹਦੇ ਬਾਰੇ ਹੋਊਗੀ ਸੰਸਾਰ 'ਤੇ ਦਰਗਾਹ ਦੇ ਵਿੱਚ, ਕੋਈ ਗਿਣਤੀ ਨਹੀਂ ਹੈ, ਅਣਗਿਣਤ ਹੈ। ਕਿਹਦੀ? ਜਿਹਦੇ ਹਿਰਦੇ 'ਚ ਕਿਨਕਾ ਟਿਕਦਾ ਹੈ, ਜਿਹਦੇ ਹਿਰਦੇ 'ਚ ਗੁਰਬਾਣੀ ਦਾ ਅਸਰ ਹੁੰਦਾ ਹੈ। ਅਤੇ ਜਿਹਦੇ ਹਿਰਦੇ 'ਚ ਗੁਰਬਾਣੀ ਦਾ ਅਸਰ ਹੀ ਨਹੀਂ, ਉਹ ਸਿਰਫ ਇੱਥੇ ਟਿਕਿਆ, ਪੜ੍ਹ ਗੱਡੀ ਲਦੀਏ ਪੰਡਾ ਹੀ ਬਣੀ ਜਾ ਰਿਹਾ। ਗੁਰਬਾਣੀ ਪੜ੍ਹੋ, ਪਿਆਰ ਨਾਲ ਪੜ੍ਹੋ, ਸਤਿਕਾਰ ਨਾਲ ਪੜ੍ਹੋ, ਆਰਾਮ ਨਾਲ ਪੜ੍ਹੋ, ਔਰ ਆਪਣੀ ਮਨ ਬਿਰਤੀ ਬਣਾਓ ਕਿ ਜੋ ਮੈਂ ਪੜ੍ਹਿਆ, ਜੋ ਮੈਂ ਪੜ੍ਹਿਆ, ਕਿ ਇਹਦੇ ਵਿੱਚੋਂ ਮੇਰੇ ਅੰਦਰ ਕੁਝ ਟਿਕਿਆ, ਮੇਰੇ ਅੰਦਰ ਟਿਕਿਆ ਕੁਝ। ਹੁਣ ਤੁਸੀਂ ਹਿਸਾਬ ਲਾਓ, ਆਪਾਂ ਕੀ ਕਹਿੰਦੇ, ਇਹ ਬੱਚਾ ਰੋਟੀ ਖਾਂਦਾ ਲੱਗਦੀ ਨਹੀਂ ਜੀ, ਡਾਕਟਰ ਕਹਿੰਦਾ ਲੀਵਰ ਖਰਾਬ ਹੈ ਜੀ, ਇਹਨੂੰ ਪਚਦੀ ਨਹੀਂ, ਇਹਦਾ ਹਾਜ਼ਮਾ ਦਰੁਸਤ ਨਹੀਂ ਹੈ, ਇਹਨੂੰ ਪਚਦੀ ਨਹੀਂ। ਅਤੇ ਗੁਰੂ ਰੂਪ ਪਿਆਰੀ ਸਾਹਿਬ ਆਪਣਾ ਵੀ ਆਤਮਾ ਦੇਖਿਆ ਕਰੋ ਭਲਾ, ਵੀ ਆਪਾਂ ਗੁਰਬਾਣੀ ਤੇ ਬੜੀ ਪੜ੍ਹੀ, ਕੋਈ ਪਚਦੀ ਵੀ ਹੈ, ਕੋਈ ਟਿਕਦੀ ਵੀ ਹੈ, ਅੰਦਰ ਹਾਜ਼ਮਾ ਦਰੁਸਤ ਹੈ। ਹਾਜ਼ਮਾ ਦਰੁਸਤ ਹੈ ਹੀ ਨਹੀਂ, ਕਿਹੜੀ ਗੱਲੋਂ? ਉਹ ਕਿਸੇ ਵੇਲੇ ਕਹਿੰਦੇ ਜੀ ਐਂਟੀਸੈਂਟ ਬਹੁਤ ਖਾਂਦਾ ਜੀ,
ਇਹ ਫਾਸਟ ਫੂਡ ਬਹੁਤ ਖਾਂਦਾ ਜੀ, ਇਹ ਬਾਹਰ ਦਾ ਬੜਾ ਖਾਂਦਾ ਜੀ। ਉਹ ਗੁਰੂ ਪਿਆਰਿਓ, ਉਹਦੇ ਅੰਦਰ ਖਾਣਾ ਨਹੀਂ ਟਿਕਦਾ ਘਰ ਦਾ, ਜਿਹੜਾ ਬਾਹਰ ਦਾ ਖਾਂਦਾ ਹੈ। ਜਿਹੜਾ ਮਨ ਵਕਾਰ ਛਕਦਾ ਉਹਦੇ ਅੰਦਰ ਗੁਰਬਾਣੀ ਦਾ ਪ੍ਰਕਾਸ਼ ਨਹੀਂ ਟਿਕਦਾ। ਅਸੀਂ ਤਾਂ ਬਾਹਰ ਦਾ ਹੀ ਖਾਈ ਜਾਂਦੇ, ਸਾਡੇ ਮਨ 'ਚ ਵਿਚਾਰ ਬਾਹਰ ਦੇ ਹੀ ਹੈ। ਗੁਰਬਾਣੀ ਨੂੰ ਟਿਕਾਓ, ਪਿਆਰ ਨਾਲ ਪੜ੍ਹੋ, ਸਤਿਕਾਰ ਨਾਲ ਪੜ੍ਹੋ, ਔਰ ਜੋ ਗੁਰਬਾਣੀ ਕਹਿੰਦੀ ਹੈ ਕਰ ਲਓ। ਗੁਰਬਾਣੀ ਕੀ ਕਹਿੰਦੀ ਹੈ? 429 ਅੰਗ ਤੇ ਇਸ ਯੁੱਗ ਮੇਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ। ਕਹਿੰਦੇ ਕਲਯੁਗ ਦਾ ਸਮਾਂ 'ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਕਿਸੇ ਨੇ ਢੇਮ ਨਹੀਂ ਮਾਰਨੀ। ਸੋ ਗੁਰੂ ਪਿਆਰੋ ਸਮਾਂ ਹੋ ਗਿਆ। ਇਸ ਸਮੇਂ ਜਿਹੜੀਆਂ ਗੁਰਮਤਿ ਵਿਚਾਰਾਂ ਆਪ ਜੀ ਸਰਵਣ ਕਰ ਰਹੇ ਹੋ, ਇਹ ਲਾਈਵ ਰਾਜ FM ਦੇ 3 ਹੈ। ਭਾਈ ਸਾਹਿਬ ਭਾਈ ਗੱਜਨ ਸਿੰਘ ਜੀ ਇੰਗਲੈਂਡ ਦੀ ਧਰਤੀ 'ਤੇ ਰਿਲੇ ਕਰਦੇ ਪਏ ਨੇ, ਉੱਥੋਂ ਹੀ ਨੈੱਟ ਦੇ ਉੱਤੇ ਪਾ ਕੇ ਬਾਕੀ ਵਿਦੇਸ਼ਾਂ ਦੇ ਅੰਦਰ ਵੀ ਇਹ ਨੈੱਟ ਦੇ ਜ਼ਰੀਏ ਗੁਰਮਤਿ ਵਿਚਾਰਾਂ ਪਹੁੰਚਾਈਆਂ ਜਾ ਰਹੀਆਂ ਨੇ। ਰਾਜ FM ਵਾਲੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਜਿਹੜੇ ਵਿਦੇਸ਼ਾਂ ਦੀ ਧਰਤੀ ਉੱਤੇ ਬੈਠਿਆਂ ਵਿੱਚ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਪਏ ਨੇ। ਮਾਲਿਕ ਚੜ੍ਹਦੀਆਂ ਕਲਾ ਕਰੇ। ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।